ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 24 ਮਾਰਚ ਹੈ ਤੇ ਦਿਨ ਬੁੱਧਵਾਰ ਹੈ। ਅੱਜ ਦੇ ਦਿਨ ਅਹਿਮ ਖਬਰਾਂ ਦੇ ਵਿੱਚ ਪਹਿਲਾਂ ਕਰੋਨਾ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਦੀ 92 ਕਿਸਮ ਦੀ ਚਿੰਤਾ ਵੱਧ ਗਈ ਹੈ। ਜਾਂਚ ਲਈ ਜਿਹੜੇ ਸੈਂਪਲ ਭੇਜੇ ਗਏ ਸੀ ਉਹਨਾਂ ਦੇ ਵਿੱਚ 81% ਨਮੂਨਿਆਂ ਦੇ ਵਿੱਚ ਵਾਇਰਸ ਦੀ ਨਵੀਂ ਕਿਸਮ ਯਾਨੀ ਕਿ 92 ਕਿਸਮ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਚੌਕਸ ਕੀਤਾ, ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਜੇ ਪਾਲਣਾ ਨਹੀਂ ਕਰੋਗੇ ਤਾਂ ਮੈਂ ਸਖਤੀ ਹੋਰ ਵਧਾ ਦਿਆਂਗਾ। ਤੇ ਕੈਪਟਨ ਨੇ ਕੇਂਦਰ ਨੂੰ ਵੀ ਟੀਕਾਕਰਨ ਦਾ ਦਾਇਰਾ ਵਧਾਉਣ ਦੀ ਅਪੀਲ ਕੀਤੀ ਹੈ। ਲੰਘੇ 24 ਘੰਟਿਆਂ ਵਿੱਚ ਪੰਜਾਬ ਦੇ ਵਿੱਚ 53 ਮੌਤਾਂ ਹੋ ਗਈਆਂ ਨੇ। ਕੇਂਦਰ ਸਰਕਾਰ ਨੇ ਵੀ ਸਾਰੇ ਸੂਬਿਆਂ ਨੂੰ ਹਦਾਇਤ ਦਿੱਤੀ ਹੈ ਕਿ ਟੈਸਟਿੰਗ ਵਧਾਈ ਜਾਵੇ ਅਤੇ ਕਰੋਨਾ ਵਾਇਰਸ ਦੇ ਜਿਹੜੇ ਪ੍ਰੋਟੋਕੋਲ ਹੈਗੇ ਨੇ ਉਹਨਾਂ ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇ। ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਕੋਵਿਡ ਦਾ ਟੀਕਾ ਲੱਗੇਗਾ। 45 ਸਾਲ ਤੇ ਉਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਹੈ ਜਿਹੜਾ ਹੁਣ ਕਰੋਨਾ ਦੇ ਟੀਕੇ ਤੋਂ ਭਾਰਤ ਦੇ ਵਿੱਚ ਬਚ ਨਹੀਂ ਸਕੇਗਾ। ਸਾਰਿਆਂ ਨੂੰ ਕੋਵਿਡ ਰੋਕੂ ਟੀਕਾ ਜਿਹੜਾ ਉਹ ਜ਼ਰੂਰ ਲੱਗੇਗਾ। ਹਰਿਆਣਾ ਦੇ ਵਿੱਚ ਫਿਲਹਾਲ ਸਕੂਲ ਕਾਲਜ ਬੰਦ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ, ਪਰ ਪੇਪਰਾਂ ਨੂੰ ਲੈ ਕੇ ਜ਼ਰੂਰ ਫੈਸਲੇ ਲਏ ਗਏ ਨੇ। 9ਵੀਂ ਤੇ 11ਵੀਂ ਦੇ ਪੇਪਰ ਨੇ ਜਿਹੜੇ ਉਹ ਸਕੂਲਾਂ ਦੇ ਵਿੱਚ ਹੋਣਗੇ। 3 ਤੋਂ 8ਵੀਂ ਤੱਕ ਦੇ ਪੇਪਰ ਆਨਲਾਈਨ ਹੋਣਗੇ। ਐਪ ਦੇ ਮਾਧਿਅਮ ਰਾਹੀਂ ਇਹ ਪੇਪਰ ਹੋਣਗੇ। ਹਰਿਆਣਾ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਆਪਣੀ ਸਹੂਲਤ ਦੇ ਮੁਤਾਬਿਕ ਆਨਲਾਈਨ ਜਾਂ ਆਫਲਾਈਨ ਕਿਸੇ ਵੀ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਪੇਪਰ ਲੈ ਸਕਦੀਆਂ ਨੇ ਤੇ ਅਪ੍ਰੈਲ ਦੇ ਆਖਰੀ ਹਫ਼ਤੇ ਨਵੇਂ ਦਾਖਲੇ ਸ਼ੁਰੂ ਹੋ ਜਾਣਗੇ ਸੂਬੇ ਦੇ ਵਿੱਚ। ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੁਣ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੱਗਣਗੀਆਂ। ਯੂਨੀਵਰਸਿਟੀ ਦੇ ਵਿੱਚ ਸਾਰੀਆਂ ਲਾਇਬ੍ਰੇਰੀਆਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਹੋਲੀ ਮੌਕੇ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਵੀ ਕਿਸਮ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਹੋਈ ਹੈ ਪ੍ਰਸ਼ਾਸਨ ਦੀ ਤੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਮੀਟਿੰਗ ਦੀ ਅਗਵਾਈ ਕੀਤੀ ਹੈ ਤੇ ਇਸ ਦੌਰਾਨ ਚੰਡੀਗੜ੍ਹ ਦੇ ਵਿੱਚ ਸਮਾਗਮਾਂ ਦੇ ਵਿੱਚ ਲੋਕਾਂ ਦੀ ਗਿਣਤੀ ਸੀਮਿਤ ਕਰਨ ਬਾਰੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ। ਮਾਸਕ ਤੇ ਸੈਨੀਟਾਈਜ਼ਰ ਦੀ ਵਰਤੋਂ ਹੈ ਜਿਹੜੀ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਤੇ ਜਿਹੜੇ ਇਕੱਠ ਹੈਗੇ ਨੇ ਸ਼ਹਿਰ ਦੇ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਦੇ ਲਈ 50% ਮਹਿਮਾਨ ਹੀ ਬੁਲਾਏ ਜਾ ਸਕਦੇ ਨੇ। ਅੰਦਰੂਨੀ ਸਮਾਗਮ ਲਈ 100 ਤੇ ਬਾਹਰੀ ਸਮਾਗਮ ਵਿੱਚ ਵੱਧ ਤੋਂ ਵੱਧ 200 ਜਣੇ ਸ਼ਾਮਿਲ ਹੋ ਸਕਦੇ ਨੇ ਤੇ ਇਹਨਾਂ ਦੇ ਬੈਠਣ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਲਈ ਮਾਸਕ ਦੀ ਵਰਤੋਂ ਜ਼ਰੂਰੀ ਹੋਵੇਗੀ ਤੇ ਉੱਥੇ ਸੈਨੀਟਾਈਜ਼ਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਸੋ ਕਰੋਨਾ ਵਾਇਰਸ ਦਾ ਜਿਹੜਾ ਨਵਾਂ ਸਟ੍ਰੇਨ ਹੈਗਾ ਉਸ ਨੂੰ ਲੈ ਕੇ ਹੁਣ ਸਰਕਾਰਾਂ ਨੇ ਜਿਹੜੀਆਂ ਉਹ ਨਿੱਤ ਨਵੇਂ ਫੈਸਲੇ ਕਰ ਰਹੀਆਂ ਨੇ। ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਕੀਤਾ ਗਿਆ ਸੀ ਤੇ ਉਹੀ ਜਿਹੜੇ ਦਿਨ ਨੇ ਮੁੜ ਤੋਂ ਆ ਰਹੇ ਨੇ। ਪੂਰਾ ਸਾਲ ਹੋ ਗਿਆ ਜਦੋਂ ਮਾਰਚ ਦੇ ਵਿੱਚ ਬਹੁਤ ਹੀ ਸਖਤ ਪਾਬੰਦੀਆਂ ਲਾਈਆਂ ਗਈਆਂ ਸੀ ਤੇ ਹੁਣ 1 ਸਾਲ ਬਾਅਦ ਫਿਰ ਉਹੀ ਮਹੀਨਾ ਮਾਰਚ ਦਾ ਮਹੀਨਾ 24 ਤਰੀਕ ਹੈ। 24 ਤਰੀਕ ਤੱਕ ਪੰਜਾਬ ਦੇ ਵਿੱਚ ਵੀ ਪਿਛਲੇ ਸਾਲ ਕਰਫਿਊ ਮੁਕੰਮਲ ਤੌਰ ਤੇ ਲੱਗ ਗਿਆ ਸੀ ਤੇ ਹੁਣ ਲੋਕ ਨੇ ਜਿਹੜੇ ਉਹ ਇਸ ਗੱਲ ਤੋਂ ਖਫਾ ਨੇ ਕਿ ਸਰਕਾਰਾਂ ਨੇ ਜਿਹੜੀਆਂ ਉਹ ਜਾਣ ਬੁੱਝ ਕੇ ਕਾਰੋਬਾਰ ਤਬਾਹ ਕਰਨ ਦੇ ਲਈ, ਵਿਦਿਆਰਥੀਆਂ ਦੀ ਪੜ੍ਹਾਈ ਹੈ ਜਿਹੜੀ ਉਸ ਨੂੰ ਬਰਬਾਦ ਕਰਨ ਦੇ ਲਈ, ਉਸ ਨੂੰ ਖਰਾਬ ਕਰਨ ਦੇ ਲਈ ਇਹ ਸਾਰੇ ਨਿਯਮ ਲਾਗੂ ਕਰ ਰਹੀਆਂ ਨੇ। ਜਦਕਿ ਕਰੋਨਾ ਵਾਇਰਸ ਦਾ ਹੱਲ ਲਾਕਡਾਊਨ ਨਹੀਂ ਹੈਗਾ। ਜ਼ਰੂਰੀ ਤੌਰ ਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੱਕ ਵਾਇਰਸ ਹੈ, ਇੱਕ ਨਵਾਂ ਫਲੂ ਹੈ, ਪਰ ਇਸ ਦੇ ਨਾਲ ਬਹੁਤ ਜ਼ਿਆਦਾ ਸਹਿਮ ਤੇ ਖੌਫ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਕਿ ਜੇ ਫਲੂ ਤੁਹਾਨੂੰ ਹੋ ਗਿਆ ਤੇ ਤੁਸੀਂ ਮਰ ਹੀ ਜਾਣਾ। ਸੋ ਇਹਦੇ ਵਿੱਚ ਖਾਣ ਪੀਣ ਦਾ ਜ਼ਿਆਦਾ ਪਰਹੇਜ਼ ਰੱਖਣਾ ਹੁੰਦਾ ਹੈ ਤੇ ਕਿਉਂਕਿ ਮਹਾਮਾਰੀ ਹੈ, ਲਾਗ ਦੀ ਬਿਮਾਰੀ ਹੈ, ਇਸ ਕਰਕੇ ਥੋੜ੍ਹਾ ਬਚਾਅ ਜ਼ਰੂਰ ਰੱਖਣਾ ਪੈਂਦਾ ਹੈ ਤੇ ਰੱਖਣਾ ਚਾਹੀਦਾ ਵੀ ਹੈ। ਪਰ ਇਹ ਨਹੀਂ ਕਿ ਤੁਸੀਂ ਸਾਰੇ ਕੰਮਕਾਰ ਬੰਦ ਕਰਕੇ ਘਰਾਂ ਦੇ ਵਿੱਚ ਬਹਿ ਜਾਓ। ਆਸ ਕਰਦੇ ਹਾਂ ਕਿ ਸਰਕਾਰ ਪਹਿਲਾਂ ਵਰਗਾ ਲਾਕਡਾਊਨ ਜਾਂ ਕਰਫਿਊ ਨਹੀਂ ਲਾਏਗੀ। 23 ਮਾਰਚ ਦਾ ਦਿਨ ਪੰਜਾਬ, ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦੇ ਨਾਮ ਰਿਹਾ। ਜਲੰਧਰ ਦੇ ਬੰਗਾ ਦੇ ਵਿੱਚ ਇੱਕ ਵੱਡੀ ਮਹਾਂ ਰੈਲੀ ਕੀਤੀ ਗਈ ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ, ਕਿਸਾਨ ਲੀਡਰ, ਕਲਾਕਾਰ, ਗਾਇਕ ਸਾਰੇ ਇਕੱਠੇ ਇੱਕ ਮੰਚ ਤੇ ਪਹੁੰਚੇ ਹੋਏ ਸੀ। ਤਕਰੀਰਾਂ ਕੀਤੀਆਂ ਗਈਆਂ ਤੇ ਅਹਿਦ ਲਿਆ ਗਿਆ ਕਿ ਸੰਘਰਸ਼ ਮਗਦਾ ਰੱਖਿਆ ਜਾਏਗਾ। ਨੌਜਵਾਨਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ ਨੌਜਵਾਨ ਨੇ ਜਿਹੜੇ ਪੰਜਾਬੀ ਲੋਕ ਨੇ ਉਹ ਜ਼ੁਲਮ ਦੇ ਖਿਲਾਫ ਆਪਣੀਆਂ ਕੁਰਬਾਨੀਆਂ ਦਿੰਦੇ ਆਏ ਨੇ ਤੇ ਹੁਣ ਵੀ ਕੁਰਬਾਨੀਆਂ ਜਾਰੀ ਰਹਿਣਗੀਆਂ। ਸੋ ਬੰਗੇ ਦੇ ਵਿੱਚ ਜਿਹੜੀ ਇਹ ਰੈਲੀ ਹੋਈ ਹੈ ਉਸਨੇ ਕਿਸਾਨ ਸੰਘਰਸ਼ ਦੇ ਵਿੱਚ ਵੱਡਾ ਉਤਸ਼ਾਹ ਭਰ ਦਿੱਤਾ ਹੈ।
ਨੌਜਵਾਨਾਂ ਦੇ ਵਿੱਚ ਇੱਕ ਨਵੀਂ ਰੂਹ ਹੈ ਜਿਹੜੀ ਉਹ ਫੂਕੀ ਹੈ। ਪਹਿਲਾਂ ਇਹ ਰੈਲੀ ਹੈ ਜਿਹੜੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਹੋਣੀ ਸੀ, ਪਰ ਮੌਸਮ ਖਰਾਬ ਹੋਣ ਕਰਕੇ ਇਸ ਨੂੰ ਬੰਗਾ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਇੱਥੇ ਇਕੱਠ ਹੈ ਜਿਹੜਾ ਉਹ ਬੇਮਿਸਾਲ ਸੀ। ਵੱਡੇ ਕਿਸਾਨ ਲੀਡਰ, ਵੱਡੇ ਗਾਇਕ ਅਤੇ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਉਹ ਪਹੁੰਚੀਆਂ ਹੋਈਆਂ ਸੀ। ਪੰਜਾਬ ਦੇ ਵਿੱਚ ਜਿੰਨੇ ਮੋਰਚੇ ਲੱਗੇ ਹੋਏ ਨੇ ਉਹ ਵੀ ਸਾਰੇ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ। ਦਿੱਲੀ ਦੀਆਂ ਹੱਦਾਂ ਤੇ ਸਿੰਘੂ ਟਿਕਰੀ ਤੇ ਵੱਡੇ ਪ੍ਰੋਗਰਾਮ ਕਰਵਾਏ ਗਏ ਸ਼ਹੀਦਾਂ ਨੂੰ ਸਮਰਪਿਤ, ਅਤੇ ਗਾਜ਼ੀਪੁਰ ਬਾਰਡਰ ਤੇ ਵੀ ਸ਼ਹਾਦਤਾਂ ਨੂੰ ਸਮਰਪਿਤ ਮਾਰਚ ਹੈ ਜਿਹੜਾ ਉਹ ਕੱਢਿਆ ਗਿਆ। ਇਹਨਾਂ ਹੱਦਾਂ ਦੇ ਉੱਤੇ ਨੌਜਵਾਨਾਂ ਨੇ ਅਹਿਦ ਲਿਆ ਕਿ ਅਸੀਂ ਸੰਘਰਸ਼ ਲੜੇ ਬਿਨਾਂ, ਜਿੱਤੇ ਬਿਨਾਂ ਇੱਥੋਂ ਹਿੱਲਾਂਗੇ ਨਹੀਂ। ਸੰਘਰਸ਼ ਚੱਲਦਾ ਰਹੂਗਾ, ਚਾਹੇ ਜਿੰਨੇ ਮਰਜ਼ੀ ਸਾਲ ਇੱਥੇ ਬਹਿਣਾ ਪਵੇ। ਸਾਰੇ ਨੌਜਵਾਨ ਬਸੰਤੀ ਰੰਗ ਦੀਆਂ ਦਸਤਾਰਾਂ ਅਤੇ ਬੀਬੀਆਂ ਨੇ ਜਿਹੜੀਆਂ ਉਹ ਬਸੰਤੀ ਰੰਗ ਦੇ ਦੁਪੱਟੇ ਲੈ ਕੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਈਆਂ। ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਕਰਾਰ ਦਿੱਤੀਆਂ ਗਈਆਂ। ਨਰਮਦਾ ਘਾਟੀ ਦੇ ਕਿਸਾਨ ਮਜ਼ਦੂਰ ਮਿੱਟੀ ਸੱਤਿਆਗ੍ਰਹਿ ਯਾਤਰਾ ਰਾਹੀਂ ਦਿੱਲੀ ਪਹੁੰਚਣਗੇ ਤੇ ਪੰਜਾਬ ਦੀਆਂ ਜਿੰਨੀਆਂ ਵੀ ਸ਼ਹੀਦਾਂ ਦੀਆਂ ਇਤਿਹਾਸਿਕ ਥਾਵਾਂ ਨੇ ਉੱਥੋਂ ਮਿੱਟੀ ਲੈ ਕੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਹੱਦਾਂ ਦੇ ਉੱਤੇ ਪਹੁੰਚੇ ਤੇ ਇਸ ਮਿੱਟੀ ਦੇ ਨਾਲ ਸ਼ਹੀਦ ਹੋਏ ਜਿਹੜੇ ਕਿਸਾਨ ਨੇ ਉਹਨਾਂ ਦੀ ਯਾਦਗਾਰ ਬਣਾਈ ਜਾਵੇਗੀ। ਪੰਜਾਬ ਸਰਕਾਰ ਨੇ ਇਸ ਮੌਕੇ ਕੋਈ ਵੱਡਾ ਸਮਾਗਮ ਨਹੀਂ ਕੀਤਾ ਕਰੋਨਾ ਦੇ ਚੱਲਦਿਆਂ ਹੋਇਆਂ, ਪਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਐਲਾਨ ਕੀਤਾ ਹੈ ਕਿ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਮ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਮਾਰਗ ਹੋਏਗਾ ਤੇ ਇਹ ਜਿਹੜਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਮ ਬਦਲਣ ਦੀ ਰਸਮ ਵੀ ਅਦਾ ਕੀਤੀ ਗਈ। ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਹੁਸੈਨੀਵਾਲਾ ਸਰਹੱਦ ਅਤੇ ਖਟਕੜ ਕਲਾਂ ਦੇ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਪਰ ਕੋਈ ਵੱਡਾ ਸਮਾਗਮ ਨਹੀਂ ਕੀਤਾ ਗਿਆ। ਵਿਗੜੇ ਹੋਏ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਦੇ ਵਿੱਚ ਕਈ ਥਾਈਂ ਕਣਕ ਦੀ ਫਸਲ ਵਿਛ ਗਈ ਹੈ। ਆਲੂਆਂ ਦੀ ਫਸਲ ਤੇ ਵੀ ਮਾੜਾ ਅਸਰ ਪਿਆ ਹੈ। ਇਸ ਮੀਂਹ ਖਾਸ ਕਰਕੇ ਜਿਹੜਾ ਤੇਜ਼ ਮੀਂਹ, ਹਨੇਰੀ, ਝੱਖੜ ਚੱਲ ਰਿਹਾ ਹੈਗਾ ਉਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਤਰਨਤਾਰਨ ਦੇ ਵਿੱਚ ਤਾਂ ਗੜੇ ਵੀ ਪਏ ਨੇ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਗਰਦੌਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਹਿ ਦਿੱਤਾ ਕਿ ਡੀਸੀ ਤੋਂ ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀ ਹੈਗੇ ਨੇ ਉਹਨਾਂ ਤੋਂ ਨੁਕਸਾਨ ਦੇ ਬਾਰੇ ਰਿਪੋਰਟ ਲਵਾਂਗੇ। ਰੂਪਨਗਰ ਦੇ ਸੈਂਕੜੇ ਪਿੰਡਾਂ ਦੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਮੌਸਮ ਦੀ ਗੜਬੜੀ ਦੇ ਕਾਰਨ, ਅਤੇ ਕਾਂਗਰਸੀ ਵਿਧਾਇਕ ਦਾ ਦਫ਼ਤਰ ਹੈ ਜਿਹੜਾ ਉਹ ਡਿੱਗ ਗਿਆ ਇੱਕ ਥਾਂ ਤੇ 2 ਜ਼ਖਮੀ ਹੋ ਗਏ ਨੇ। 2 ਮੁਲਾਜ਼ਮ, 2 ਹੋਮਗਾਰਡ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ। ਜਲਾਲਾਬਾਦ ਦੇ ਵਿੱਚ ਇਹ ਘਟਨਾ ਵਾਪਰੀ ਹੈ। ਐਸਜੀਪੀਸੀ ਨੇ ਸੰਗਤ ਦੇ ਲਈ ਇੱਕ ਰਾਹਤ ਭਰਿਆ ਐਲਾਨ ਕੀਤਾ ਹੈ, ਨਵਾਂ ਫੈਸਲਾ ਕੀਤਾ ਹੈ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ ਕਿ ਹੁਣ ਸੰਗਤ ਪਾਵਨ ਸਰੂਪਾਂ ਦੀ ਛਪਾਈ ਅਤੇ ਸੇਵਾ ਸੰਭਾਲ ਦੀ ਪ੍ਰਕਿਰਿਆ ਦੇਖ ਸਕੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਜਿੱਥੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਹੈ ਤੇ ਸੇਵਾ ਸੰਭਾਲ ਹੁੰਦੀ ਹੈ, ਉਹਦਾ ਹੁਣ ਕਾਰਜ ਹੈ ਜਿਹੜਾ ਸੰਗਤ ਦੇਖ ਸਕੇਗੀ। ਪਹਿਲਾਂ ਇਹ ਗੁਪਤ ਰੂਪ ਦੇ ਵਿੱਚ ਕੀਤਾ ਜਾਂਦਾ ਸੀ। ਜਗੀਰ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਲੋੜੀਂਦਾ ਨਕਸ਼ਾ ਜਿਹੜਾ ਉਹ ਤਿਆਰ ਹੋ ਚੁੱਕਿਆ। ਲਗਭਗ 4 ਮਹੀਨਿਆਂ ਦੇ ਵਿੱਚ ਇਮਾਰਤ ਦਾ ਅੰਦਰੂਨੀ ਕੰਮ ਮੁਕੰਮਲ ਹੋ ਜਾਏਗਾ, ਜਿਸ ਤੋਂ ਬਾਅਦ ਸਿੱਖ ਸੰਗਤ ਇੱਥੇ ਪਾਵਨ ਸਰੂਪਾਂ ਦੀ ਛਪਾਈ ਅਤੇ ਸਾਂਭ ਸੰਭਾਲ ਦੀ ਪ੍ਰਕਿਰਿਆ ਦੇ ਦਰਸ਼ਨ ਕਰ ਸਕੇਗੀ। ਹਾਲਾਂਕਿ ਜਿਹੜਾ ਸਰੂਪਾਂ ਦੇ ਗਾਇਬ ਹੋਣ ਦਾ ਮਸਲਾ ਹੈ ਉਸ ਦੇ ਵਿੱਚ ਹਾਲੇ ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਈ ਵੀ ਅਹਿਮ ਫੈਸਲਾ ਜਾਂ ਫਿਰ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਕਿਸਾਨੀ ਸੰਘਰਸ਼ ਦੌਰਾਨ ਪੰਜਾਬੀ 500 ਕਰੋੜ ਦਾ ਟੋਲ ਟੈਕਸ ਤਾਰਨ ਤੋਂ ਬਚ ਗਏ ਨੇ। ਕਿਸਾਨੀ ਸੰਘਰਸ਼ ਕਰਕੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬੰਦ ਕੀਤੇ ਹੋਏ ਨੇ, ਇਸ ਕਰਕੇ ਪੰਜਾਬੀਆਂ ਦੀਆਂ ਜੇਬਾਂ ਦੇ ਵਿੱਚੋਂ 500 ਕਰੋੜ ਨਿਕਲਣ ਤੋਂ ਬਚ ਗਏ ਨੇ ਤੇ ਇਸ ਦਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ। ਕਿਸਾਨ ਮੋਰਚੇ ਦੇ ਵਿੱਚ ਮੰਡੀ ਕਲਾਂ ਦੀ ਬੀਬੀ ਬਲਵੀਰ ਕੌਰ ਦੀ ਮੌਤ ਹੋ ਗਈ ਹੈ ਅਤੇ ਸੁਨਾਮ ਉਦਮ ਸਿੰਘ ਵਾਲਾ ਦੇ ਪਿੰਡ ਗੰਡੂਆਂ ਦੀ ਇੱਕ ਬੀਬੀ ਮਹਿੰਦਰ ਕੌਰ ਦੀ ਵੀ ਕਿਸਾਨ ਸੰਘਰਸ਼ ਦੇ ਲੇਖੇ ਜ਼ਿੰਦਗੀ ਲੱਗ ਗਈ ਹੈ ਤੇ ਇਹਨਾਂ ਬੀਬੀਆਂ ਦੀ ਇਸ ਕੁਰਬਾਨੀ ਨੂੰ ਅਸੀਂ ਵੀ ਸਜਦਾ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਕੂੜ ਪ੍ਰਚਾਰ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਭਗਵੰਤ ਮਾਨ ਨੇ ਕੈਪਟਨ ਅਤੇ ਹਰਸਿਮਰਤ ਬਾਦਲ ਨੂੰ ਸੰਸਦੀ ਕਮੇਟੀ ਦੀ ਬੈਠਕ ਵਿੱਚ ਦਿੱਤੇ ਬਿਆਨ ਜਨਤਕ ਕਰਨ ਦੀ ਵੀ ਚੁਣੌਤੀ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਦੇ ਖਿਲਾਫ ਖੇਤੀ ਕਾਨੂੰਨਾਂ ਬਾਰੇ ਦੋਗਲੀ ਸਿਆਸਤ ਕਰਨ ਦਾ ਵੀ ਮਾਨ ਨੇ ਦੋਸ਼ ਲਾਇਆ ਹੈ।
ਦਿੱਲੀ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਸੰਸਦੀ ਕਮੇਟੀ ਵਿੱਚ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਵੱਲੋਂ ਦਿੱਤੇ ਗਏ ਬਿਆਨ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਤੇ ਕਿਹਾ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਬਾਰੇ ਕੂੜ ਪ੍ਰਚਾਰ ਕਰਕੇ ਲੋਕਾਂ 'ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਪੰਜਾਬ ਦੇ ਲੋਕ ਉਹਨਾਂ ਦੀਆਂ ਚਾਲਾਂ ਨੂੰ ਸਮਝਦੇ ਨੇ। ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਬਿੱਲਾਂ ਵਿੱਚ ਪੇਸ਼ ਕੀਤੀ ਤਜਵੀਜ਼ ਨਾਲ ਜ਼ਖੀਰੇਬਾਜ਼ੀ ਨੂੰ ਬਲ ਮਿਲੇਗਾ। ਇੱਕ ਸਾਜ਼ਿਸ਼ ਤਹਿਤ ਪਿਆਜ਼ ਤੇ ਟਮਾਟਰ ਨੂੰ ਵੀ ਜ਼ਰੂਰੀ ਵਸਤੂਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਨਾਲ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਏਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਵਿੱਚ 1 ਅਪ੍ਰੈਲ ਤੋਂ ਕਣਕ ਤੇ ਸਰੋਂ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਤੇ ਖਰੀਦ ਦੀ ਅਦਾਇਗੀ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਜੇ ਕਿਸਾਨਾਂ ਨੂੰ ਅਦਾਇਗੀ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਉਹਨਾਂ ਨੂੰ 9% ਵਿਆਜ ਦੇ ਨਾਲ ਭੁਗਤਾਨ ਕੀਤਾ ਜਾਏਗਾ, ਯਾਨੀ ਕਿ ਜਿੰਨੀ ਉਹਨਾਂ ਦੀ ਫਸਲ ਦੀ ਅਦਾਇਗੀ ਹੋਏਗੀ ਉਸ ਤੇ 9% ਵਿਆਜ ਹੈ ਜਿਹੜਾ ਉਹ ਦਿੱਤਾ ਜਾਏਗਾ। ਇੱਕ ਵੱਡਾ ਐਲਾਨ ਖੱਟਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਪੰਜਾਬ ਦੀਆਂ ਖਬਰਾਂ ਦੇ ਵਿੱਚ ਇੱਕ ਖਬਰ ਅਮਰੀਕਾ ਤੋਂ ਵੀ ਦੱਸਾਂਗੇ ਕਿਉਂਕਿ ਵੱਡੀ ਘਟਨਾ ਉੱਥੇ ਵਾਪਰੀ ਹੈ। ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਵਿੱਚ ਗੋਲੀਬਾਰੀ ਦੇ ਵਿੱਚ 10 ਜਣਿਆਂ ਦੀ ਮੌਤ ਹੋ ਗਈ ਹੈ। ਬੋਲਡਰ ਕਾਉਂਟੀ ਦੀ ਸੁਪਰ ਮਾਰਕੀਟ ਵਿੱਚ ਗੋਲੀਬਾਰੀ ਹੋਈ ਹੈ, ਪਰ ਕਿਉਂ ਹੋਈ ਹੈ ਇਸ ਬਾਰੇ ਹਾਲੇ ਜਾਂਚ ਹੋ ਰਹੀ ਹੈ। ਸ਼ੱਕ ਦੇ ਆਧਾਰ ਤੇ ਪੁਲਿਸ ਨੇ ਇੱਕ ਜਣੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸੁਪਰ ਮਾਰਕੀਟ ਦੇ ਵਿੱਚ ਕੀਤੀ ਗਈ ਗੋਲੀਬਾਰੀ ਦੇ ਵਿੱਚ 10 ਆਮ ਲੋਕਾਂ ਦੀ ਮੌਤ ਹੋ ਗਈ ਹੈ ਤੇ ਲੋਕਾਂ ਦੇ ਵਿੱਚ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਯਾਦ ਕਰਾਂਗੇ ਸ਼ਹੀਦ-ਏ-ਆਜ਼ਮ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ। ਸ਼ਹੀਦ ਭਗਤ ਸਿੰਘ ਦੀ ਖੁਦ ਦੀ ਲਿਖਤ ਹੈ ਕਿ ਮੇਰੇ ਜਜ਼ਬਾਤਾਂ ਤੋਂ ਇਸ ਕਦਰ ਵਾਕਿਫ ਹੈ ਮੇਰੀ ਕਲਮ, ਇਸ਼ਕ ਲਿਖਣਾ ਚਾਹਾਂ ਤਾਂ ਵੀ ਇਨਕਲਾਬ ਲਿਖਿਆ ਜਾਂਦਾ ਹੈ। ਭਗਤ ਸਿੰਘ, ਸੁਖਦੇਵ ਤੇ ਨਾਲੇ ਰਾਜਗੁਰੂ ਸਰਦਾਰਾਂ ਨੂੰ ਦੁਨੀਆ ਅੱਜ ਵੀ ਚੇਤੇ ਕਰਦੀ। ਚੋਟੀ ਦੇ ਕਿਰਦਾਰਾਂ ਨੂੰ ਰੱਸੇ ਚੁੰਮਣੇ ਸੀ ਨਾ ਕਰਨੀ, ਦੁਨੀਆਦਾਰੀ ਛੱਡ ਦੇਣੀ, ਤਿੰਨਾਂ ਨੇ ਪੜ੍ਹਨੇ ਪਾ ਦਿੱਤਾ ਸੀ ਜਬਰ ਦੀਆਂ ਸਰਕਾਰਾਂ ਨੂੰ। ਤਾਂ ਖਾਲਸ ਟੀਵੀ ਦੀ ਸਾਰੀ ਟੀਮ ਦੇ ਵੱਲੋਂ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ, ਸਲਾਮ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਨੌਜਵਾਨ ਉਸ ਜਜ਼ਬੇ ਤੋਂ ਜ਼ਰੂਰ ਪ੍ਰੇਰਨਾ ਲੈਂਦੇ ਰਹਿਣ ਅਤੇ ਜ਼ੁਲਮ ਦੇ ਖਿਲਾਫ ਆਪਣੇ ਹੱਕਾਂ ਦੀ ਖਾਤਰ ਰਹਿੰਦੀ ਦੁਨੀਆ ਤੱਕ ਲੜਦੇ ਰਹਿਣ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਕੀ ਇਸ ਵਾਰ ਸਭ ਨੂੰ ਲੱਗਿਆ ਕਿ ਥੋੜਾ ਵੱਖਰੇ ਤਰੀਕੇ ਦੇ ਨਾਲ, ਵੱਖਰੇ ਜੋਸ਼ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਜ਼ਾਹਿਰ ਤੌਰ ਤੇ ਕਿਉਂਕਿ ਦੇਸ਼ ਦੇ ਵਿੱਚ ਬੜਾ ਕੁਝ ਬਦਲ ਰਿਹਾ ਹੈ। ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਨੇ ਆਪਣੇ ਮੋਰਚਿਆਂ ਦਾ 23 ਮਾਰਚ ਦਾ ਦਿਨ ਸ਼ਹੀਦਾਂ ਨੂੰ ਸਮਰਪਿਤ ਕੀਤਾ ਸੀ। ਦਿੱਲੀ ਦੇ ਬਾਰਡਰਾਂ ਦੀ ਗੱਲ ਕਰ ਲਈਏ ਜਿੱਥੇ ਮੋਰਚੇ ਲੱਗੇ ਹੋਏ ਨੇ, ਜਾਂ ਫਿਰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੀ ਗੱਲ ਕਰ ਲਈਏ, ਸਭ ਕਿਤੇ ਨੌਜਵਾਨਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇੰਨੇ ਵੱਡੇ ਇਕੱਠ ਸ਼ਾਇਦ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਹਿਲਾਂ ਕਦੇ ਨਾ ਹੋਏ ਹੋਣ, ਕਿਉਂਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਮ ਤੌਰ ਤੇ ਖਟਕੜ ਕਲਾਂ ਦੇ ਵਿੱਚ ਪੰਜਾਬ ਸਰਕਾਰ ਇੱਕ ਸਰਕਾਰੀ ਪ੍ਰੋਗਰਾਮ ਕਰਦੀ ਹੈ, ਵੱਡੇ ਪੱਧਰ ਤੇ ਕਰਦੀ ਹੈ। ਇਸ ਵਾਰੀ ਸਰਕਾਰ ਨੇ ਤਾਂ ਕੋਈ ਪ੍ਰੋਗਰਾਮ ਨਹੀਂ ਕੀਤਾ ਕਰੋਨਾ ਦੇ ਕਾਰਨ, ਪਰ ਇੱਕ ਵੱਡੀ ਮਹਾ ਰੈਲੀ ਦਾ ਪ੍ਰਬੰਧ ਹੈ ਜਿਹੜਾ ਉਹ ਖਟਕੜ ਕਲਾਂ ਦੇ ਵਿੱਚ ਕੀਤਾ ਗਿਆ ਤੇ ਇਸ ਦੇ ਨਾਲ ਹੀ ਦਿੱਲੀ ਦੇ ਸਾਰੇ ਬਾਰਡਰ, ਸਿੰਘੂ ਟਿਕਰੀ ਤੇ ਤਾਂ ਬਹੁਤ ਹੀ ਵੱਡੇ ਪ੍ਰੋਗਰਾਮ ਕੀਤੇ ਗਏ ਤੇ ਗਾਜ਼ੀਪੁਰ ਬਾਰਡਰ ਤੇ ਵੀ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ, ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ। ਸਿਰਫ ਇੰਨਾ ਹੀ ਨਹੀਂ, ਹਰਿਆਣਾ ਹੋਵੇ ਜਾਂ ਫਿਰ ਦੇਸ਼ ਦੇ ਕਈ ਵੱਖ-ਵੱਖ ਸੂਬੇ ਹੋਣ, ਉੱਥੇ ਵੀ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਅਜਿਹੇ ਨਾਰੇ ਨੇ ਜਿਹੜੇ ਉਹ ਗੂੰਜਦੇ ਦਿਖਾਈ ਦਿੱਤੇ। ਤੇ ਇਸ ਵਾਰ ਬਦਲਾਅ ਇਹ ਹੈ ਕਿ ਨੌਜਵਾਨ ਕਿਸੇ ਦੇ ਕਹੇ ਤੋਂ ਨਹੀਂ ਬਲਕਿ ਆਪ ਮੁਹਾਰੇ ਇਹ ਦਿਹਾੜਾ ਮਨਾਉਣ ਦੇ ਲਈ ਪਹੁੰਚੇ ਨੇ। ਬਿਨਾਂ ਸ਼ੱਕ ਕਿਸਾਨਾਂ ਨੇ ਜਾਗਰੂਕਤਾ ਜ਼ਰੂਰ ਫੈਲਾਈ, ਕਿਸਾਨਾਂ ਨੇ ਸੱਦਾ ਜ਼ਰੂਰ ਦਿੱਤਾ, ਪਰ ਨੌਜਵਾਨਾਂ ਦੇ ਅੰਦਰ ਜਿਹੜਾ ਜੋਸ਼ ਹੈ ਉਹ ਕੁਦਰਤੀ ਤਰੀਕੇ ਦੇ ਨਾਲ ਪਨਪ ਰਿਹਾ ਹੈ। ਨੌਜਵਾਨ ਸਿਰਫ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਸੰਤੀ ਰੰਗ ਦੀਆਂ ਦਸਤਾਰਾਂ ਹੀ ਨਹੀਂ ਸਜਾ ਰਹੇ ਜਾਂ ਹੱਥ ਵਿੱਚ ਝੰਡੇ ਨਹੀਂ ਫੜ ਰਹੇ, ਬਲਕਿ ਮੋਰਚਿਆਂ ਦੇ ਉੱਤੇ ਜਿਹੜੀਆਂ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਉੱਥੇ ਸ਼ਹੀਦ ਭਗਤ ਸਿੰਘ ਦਾ ਇਤਿਹਾਸ ਵੀ ਪੜ੍ਹਦੇ ਦਿਖਾਈ ਦਿੱਤੇ ਪਿਛਲੇ ਮਹੀਨਿਆਂ ਦੇ ਵਿੱਚ, ਤੇ ਉਹਦਾ ਅਸਰ ਹੈ ਜਿਹੜਾ ਉਹ 23 ਮਾਰਚ ਨੂੰ ਦੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਖਟਕੜ ਕਲਾਂ ਦੇ ਵਿੱਚ ਜਿਹੜੀ ਮਹਾ ਰੈਲੀ ਕੀਤੀ ਗਈ, ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ। ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਦਾ ਖਾਲਸ ਟੀਵੀ ਤੇ ਸਿੱਧਾ ਪ੍ਰਸਾਰਣ ਵੀ ਲਗਾਤਾਰ ਇਸ ਵੱਡੇ ਪ੍ਰੋਗਰਾਮ ਤੋਂ ਦਿਖਾਇਆ ਗਿਆ ਤੇ ਇਸ ਪ੍ਰੋਗਰਾਮ ਦੀ ਵਿਲੱਖਣਤਾ ਇਹ ਸੀ ਕਿ ਬਹੁਤ ਵੱਡੀ ਰੈਲੀ ਦੇ ਰੂਪ ਦੇ ਵਿੱਚ ਇਹ ਪ੍ਰੋਗਰਾਮ ਹੋਇਆ। ਦੂਸਰੀ ਗੱਲ ਇਹ ਸੀ ਕਿ ਇੱਥੇ ਸਾਰੇ ਇਕੱਠੇ ਸੀ, ਕਿਸਾਨ ਲੀਡਰ ਵੀ ਇੱਥੇ ਪਹੁੰਚੇ ਹੋਏ ਸੀ
धार्मिक शख्सियतां भी पहुंचिया हुई सी, वख-वख जथेबंदियां पहुंचिया हुई सी, कलाकार पहुंचे हुए सी, गायक पंजाब दे पहुंचे हुए सी, हर नामी चेहरा इत्थे देखण नूं मिलिया। बच्चे भी पहुंचे हुए सी, आम नौजवान भी पहुंचे हुए सी ते हर किसे नूं स्टेज ते बोलण दा मौका जिहड़ा ओह दित्ता गया ते वड्डी गिणती दे विच पंडाल दे विच आम लोक ने जिहड़े ओह भी पहुंचे हुए सी इन्हां तकरीरां नूं सुणन दे वास्ते। रैली नूं संबोधन करदे होए एक जिहड़ी खास गल कह सकदे हां, निचोड़ है जिहड़ा नौजवानां ने इत्थे कहा कि जदों भी कौम दे उत्ते संकट आउंदा है तां पंजाब दी जवानी हर कुर्बानी दे के मनुखी अधिकारां खातर लड़दी रही है ते अगे भी लड़दी रहेगी। ये नौजवानां ने अहद लिया ते इस महा रैली दे विच खास तौर ते हर वर्ग दे नौजवानां नूं बोलण दा मौका जिहड़ा उह स्टेज तो दिता गया। किसानां दे वड्डे लीडर बलवीर सिंह राजेवाल, जगजीत सिंह डल्लेवाला, डॉक्टर दर्शनपाल जां फिर संयुक्त किसान मोर्चे दे होर भी कई जिहड़े वड्डे चेहरे ने ओह पहुंचे हुए सी। धार्मिक शख्सियतां दे विच जिहड़े बुढ़ा दल जथेबंदियां सीगियां ओह पहुंचियां होईयां सी, उन्हां दे मुखी पहुंचे हुए सी बाबा निहाल सिंह हरियां वेला, बाबा बलवीर सिंह अते होर कई शख्सियतां, कार सेवा वाले बाबा सेवा सिंह भी इत्थे पहुंचे हुए सी। ते इस दे नाल ही जिहड़े नामी कलाकार अदाकार हैगे ने, गायक हैगे ने, बब्बू मान, सरबजीत चीमा जां होर काफ़ी वड्डे चेहरे ने जिहड़े ओह भी इत्थे पहुंचे हुए सी। जिन्नी डिमांड सारे देश विच उसल वटे लहरे अंदोलन बहुत तेजी नाल अगे वध रहा है। सरकार दियां बहुत सारियां ताकतां उहदियां एजेंसियां लीडरशिप नूं भंडण लगियां, लीडरशिप नूं धमकियां दिंदियां, पर यह लीडरशिप डरन वाली नहीं, सिर्फ तुहातों डरदी है भी देखियो किते गुमराह ना हो जाओ। सरकार दियां एजेंसियां दे प्रचार विच भुलेखे च ना रहो। अंदोलन तुहाडा शिखर ते गया होया, कोई ताकत तुहानूं जिੱਤਣ तो रोक नहीं सकती है, मैं तुहानूं यकीन दिवाना। छोटे छोटे तकरार कई बार सानू एक दूजे तो बहुत दूर कर देने। परमात्मा करे कि साडे च तकरार ना हो और असीं रल के चलीए। और इस तो भी अगे जाके असीं ये सोचना है कि इस अंदोलन नूं जे लंबा चलदा है तां इहदे च पैसे की बचत किवें करनी है कि टोलियां बना के असीं बारों बारी किवें दिल्ली पहुंचना है। और इस तो भी अगे ये अंदोलन ये तो जितया जिताया है, ये तो जो मिस्टर प्राइम मिनिस्टर है थोड़ा जिहा रौंडी है, ढीठ है, हार नहीं मानता। तो गुरु के चरणों च बेनती करते हैं कि छेती छेती गुरु घरे आवे, मत्था टेके ते अपनी भुल बख्शा के संगत च बैठ के पंगत च बैठ के प्रशादा छके। असीं उहदे लई भी दुआ करांगे क्योंकि असीं भाई कन्हैया दे भी बच्चे हैं, सानू कोई दुश्मन नहीं लगता। नौजवानों नूं ये अपील है कि ਅੱਜ ਦੇ ਸਮੇਂ ਵਿੱਚ ਅਸੀਂ ਇਹ ਸੰਘਰਸ਼ ਜਿਹੜਾ ਦਿੱਲੀ ਦੀ ਕੇਂਦਰ ਸਰਕਾਰ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਜਿਹੜੇ ਇਹ ਬਿੱਲ ਬਣਾਏ ਗਏ ਲਿਆਂਦੇ ਗਏ ਨੇ, ਇਹ ਜਿਹੜੇ ਕਾਨੂੰਨ ਬਣਾਏ ਗਏ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਜੋ ਅਸੀਂ ਸੰਘਰਸ਼ ਕਰ ਰਹੇ ਹਾਂ, ਜਿਵੇਂ ਕਿ ਦਿੱਲੀ ਦੇ 4 ਸਵੇਰੇ ਬਾਰਡਰਾਂ ਤੇ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜੀਪੁਰ ਬਾਰਡਰ, ਸ਼ਾਹਜਹਾਨਪੁਰ ਬਾਰਡਰ 4 ਸਵੇਰੇ ਬੈਠੇ ਹਾਂ। ਇਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਅਤੇ ਇੱਕ ਬੇਨਤੀ ਜ਼ਰੂਰ ਕਰਾਂਗਾ कि ये जोड़ा संघर्ष है ये असी शांतमई लड़ रहे हैं और शांतमई रखना है, तो ही शांतमई करके ही हुण तक असी इस मंजिल ते जोड़े पहुंचे हैं तो अगे भी शांतमई रख के इस संघर्ष अं जितना तो वध तो वध इस नौजवानों को अपील की जाती है कि वह शमूलीयत करन। ਤੇ ਖਟਕੜ ਕਲਾਂ ਦੇ ਵਿੱਚ ਹੋਈ ਇਸ ਮਹਾ ਰੈਲੀ ਦੇ ਵਿੱਚ ਸ਼ਹੀਦ ਹੋਣ ਵਾਲੇ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਵਾ ਵੀ ਖਾਸ ਤੌਰ ਤੇ ਪਹੁੰਚੇ ਹੋਏ ਸੀ। ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਤੋਂ ਉੱਠਿਆ ਅੰਦੋਲਨ ਅੱਜ ਪੂਰੇ ਦੇਸ਼ ਦੇ ਵਿੱਚ ਫੈਲ ਗਿਆ। बेशक 26 जनवरी की घटना तो बाद मोर्चा थोड़ा जिहा कमज़ोर हो चुलिया सी, पर कमज़ोर नहीं होया। मोर्चे विच परत के मैं सारे किसान लीडरां दे नाल बैठकां कीतियां ने ते इस अंदोलन की वड्डी सिफत यह है कि सारियां किसान जथेबंदियां ने आपस विच मिल बैठ के सारियां रणनीतियां तय कीतियां ने। इस मौके हरदीप सिंह डिबडवा ने सारे किसानां नूं, नौजवानां नूं, लोकां नूं अपील कीती है कि 25 मार्च नूं शहीद नवरीत सिंह नूं समर्पित ते किसानी संघर्ष नूं समर्पित मोगा तो सवेरे 10 वजे नौजवानों का एक वड्डा मार्च शुरू होवेगा ते इस मार्च का नाम है नौजवान किसान मोर्चा एकजुटता मार्च। ये मार्च जदों ਸਿੰਘੂ बॉर्डर पहुंचेगा तो किसान लीडरां नूं एक संदेश देणगे ये सारे नौजवान कि सारा देश तुहाडे पिछे खड़ा है। सो हरदीप सिंह डिबडवा ने अपील की है सब नूं कि इस मौके खास तौर पर वड्डी गिणती दे विच नौजवान किसानां ने
ਇਸ ਮਾਰਚ ਦੇ ਵਿੱਚ ਚੱਲਦੇ ਹੋਏ ਸਿੰਘੂ ਬਾਰਡਰ ਪਹੁੰਚਣਾ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਹੁੰਦਾ ਹੋਇਆ ਇਹ ਮਾਰਚ ਹੈ ਜਿਹੜਾ ਉਹ ਸਿੰਘੂ ਬਾਰਡਰ ਤੇ ਪਹੁੰਚ ਕੇ ਸਮਾਪਤ ਹੋਵੇਗਾ। ਅਸੀਂ ਜੀ ਇੱਕ 25 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ, ਨੌਜਵਾਨ ਕਿਸਾਨ ਮੋਰਚਾ ਇਕਜੁੱਟਤਾ ਮਾਰਚ ਹੈ ਉਸ ਦਾ ਨਾਂ, ਔਰ ਅਸੀਂ ਉਹਦੀ ਤਿਆਰੀ ਵਿੱਚ ਹੀ ਲੱਗੇ ਹੋਏ ਹਾਂ। ਸਾਡਾ ਇਹੀ ਕਹਿਣਾ ਹੈ ਸਾਰਿਆਂ ਨੂੰ, ਨੌਜਵਾਨਾਂ ਨੂੰ, ਵੀ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਉਸ ਮਾਰਚ ਵਿੱਚ ਜਿਹੜੇ ਤੁਸੀਂ ਸ਼ਾਮਲ ਹੋਵੋ, ਕਿਉਂਕਿ ਜਿਹੜੀ ਪਰਸੈਪਸ਼ਨ ਸਰਕਾਰ ਨੇ ਬਣਾਈ ਹੋਈ ਆ ਵੀ ਨੌਜਵਾਨ ਮੋਰਚੇ ਨਾਲੋਂ ਨਾਰਾਜ਼ ਹੋ ਕੇ ਵਾਪਸ ਚਲਾ ਗਿਆ ਹੈ, ਤੇ ਆਪਾਂ ਪਰਸੈਪਸ਼ਨ ਤੋੜਨੀ ਹੈ ਉਸ ਦਿਨ 25 ਤਰੀਕ ਨੂੰ, ਕਿਉਂਕਿ ਆਪਾਂ ਸਰਕਾਰ ਨੂੰ ਤਾਂ ਇਹ ਸੁਨੇਹਾ ਜਾਣਾ ਹੀ ਆ ਵੀ ਅਸੀਂ ਮੋਰਚੇ ਦੇ ਨਾਲ ਆ, ਅਸੀਂ ਆਗੂਆਂ ਨਾਲ ਸਾਡੇ ਕੋਈ ਮਤਭੇਦ ਨਹੀਂ ਹੈਗਾ, ਤੇ ਸਾਡੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਅਸੀਂ ਉਸ ਦਿਨ ਕਨਵੇ ਕਰਾਂਗੇ ਵੀ ਤੁਸੀਂ ਬਿਲਕੁਲ ਇਕੱਲੇ ਨਹੀਂ ਹੈਗੇ, ਅਸੀਂ ਸਾਰਾ ਪੰਜਾਬ ਤੁਹਾਡੀ ਪਿੱਠ ਤੇ ਖੜਾ ਹੈ। ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਜਿਹੜੀ ਇਹ ਮਹਾ ਰੈਲੀ ਹੋਈ ਹੈ, ਇਸ ਦੇ ਵਿੱਚ ਇੱਕ ਵੱਡਾ ਐਲਾਨ ਵੀ ਕੀਤਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਚੀਮਾ ਕਲਾ ਦੇ ਵਾਸੀਆਂ ਨੇ। ਇਹਨਾਂ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਸ਼ਹੀਦ ਹੋਏ 5 ਕਿਸਾਨਾਂ ਦੇ ਪਰਿਵਾਰਾਂ ਨੂੰ ਪਿੰਡ ਵਾਸੀ ਰਲ ਕੇ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣਗੇ। ਸੋ ਪੰਜਾਬ ਆਪਣੀ, ਜਾਂ ਕਹਿ ਲਈਏ ਕਿ ਪੰਜਾਬੀ ਨੇ ਜਿਹੜੇ ਆਪਣੀ ਮਦਦ ਆਪ ਕਰ ਰਹੇ ਨੇ। ਇਹ ਇੱਕ ਵੱਡੀ ਜਿਹੜੀ ਭਾਈਚਾਰਕ ਸਾਂਝ ਹੈ ਇਸ ਮੋਰਚੇ ਦੇ ਵਿੱਚੋਂ ਨਿਕਲੀ ਹੈ ਤੇ ਇਸ ਦਾ ਅਸਰ ਸਾਲਾਂ ਬੱਧੀ ਦਹਾਕਿਆਂ ਤੱਕ ਰਹੇਗਾ। ਹੁਣ ਗੱਲ ਕਰਾਂਗੇ ਦਿੱਲੀ ਬਾਰਡਰਾਂ ਤੇ ਕਿਵੇਂ ਸ਼ਰਧਾਂਜਲੀ ਦਿੱਤੀ ਗਈ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ। ਮੋਦੀ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ, ਰੁਜ਼ਗਾਰ ਤੇ ਰੋਟੀ ਖੋਣ ਦੇ ਸਾਮਰਾਜੀ ਹੱਲੇ ਦਾ ਮੂੰਹ ਮੋੜਨ ਲਈ ਜਾਤਾਂ, ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਕਿਸਾਨ ਲਹਿਰ ਦੀ ਉਸਾਰੀ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਿੱਕਰੀ ਬਾਰਡਰ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜੁੜੇ ਨੌਜਵਾਨਾਂ ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੀਡਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਗੱਲ ਕੀਤੀ। ਉਹਨਾਂ ਨੇ ਐਲਾਨ ਕੀਤਾ ਕਿ ਆਪਣੇ ਕੌਮੀ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਕਾਨੂੰਨਾਂ ਦੀ ਵਾਪਸੀ ਤੱਕ ਮੋਰਚਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉੱਗੇ ਸ਼ਾਇਰ ਤੇ ਸਾਇੰਸਦਾਨ ਗੌਹਰ ਰਜ਼ਾ ਨੇ ਆਪਣੀ ਨਜ਼ਮ ਪੜ੍ਹੀ, ਨया लिबास पहनकर यह क्यों समझते हो के सारे खून के धब्बों को तुम छुपा लोगे। सो ये जिहड़ा मोर्चा है ਇਹਦੇ ਵਿੱਚ हर वर्ग के लोग पहुँच रहे ने ते अपनियां जिहड़ियां भावनावां ने वो व्यक्त कर रहे ने ते सरकार नूं जिहड़ा तिखे सवाल ने वो लगातार इन्हां मोर्चों दे विच कीते जा रहे ने। ਸਿੰਘੂ बार्डर ते पंजाबी गायक रविंदर गरेवाल ते हरजीत हरमन ने इनकलाबी गीत गाए ते नौजवानों नूं एकजुट रहण दी अपील कीती। ਦਿੱਲੀ ਦੇ ਨਾਟਕ ਗਰੁੱਪ ਦ ਪਾਰਟੀਕਲ ਕਲੈਕਟਿਵ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਨਾਟਕ ਵੀ ਖੇਡਿਆ ਗਿਆ। ਟਿੱਕਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਹਰਿਆਣਾ ਦੇ ਨੌਜਵਾਨਾਂ ਨੇ ਪਹੁੰਚ ਕੇ ਸਮਰਥਨ ਕੀਤਾ। ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਸਿੱਖਿਆ ਅਤੇ ਰੁਜ਼ਗਾਰ ਤੇ ਪ੍ਰਸ਼ਨ ਦੇ ਉੱਤੇ ਸਰਕਾਰ ਤੇ ਹਮਲੇ ਬੋਲੇ, ਤਿੱਖੇ ਸਵਾਲ ਪੁੱਛੇ। ਸਟੇਜ ਤੋਂ ਬੋਲਦਿਆਂ ਨੌਜਵਾਨਾਂ ਨੇ ਕਿਹਾ ਕਿ ਨੌਜਵਾਨ ਅੱਜ ਸਭ ਕੁਝ ਆਪਣਾ ਕੁਰਬਾਨ ਕਰਨ ਲਈ ਤਿਆਰ ਹੈ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਨੌਜਵਾਨ ਵਾਪਸ ਨਹੀਂ ਜਾਏਗਾ, ਕਿਉਂਕਿ ਨੌਜਵਾਨ ਜਾਗ ਚੁੱਕਿਆ ਹੈ, ਕਿਉਂਕਿ ਨਾ ਉਹਦੇ ਕੋਲ ਸਿੱਖਿਆ ਹੈ, ਨਾ ਸਿਹਤ ਹੈ ਤੇ ਨਾ ਹੀ ਰੁਜ਼ਗਾਰ ਹੈ। ਗਾਜ਼ੀਪੁਰ ਸਰਹੱਦ ਦੀ ਗੱਲ ਕਰ ਲਈਏ ਤਾਂ ਇੱਥੇ ਪਹੁੰਚੇ ਨੌਜਵਾਨਾਂ ਖਾਸ ਕਰਕੇ ਦਿੱਲੀ ਤੇ ਉੱਤਰ ਪ੍ਰਦੇਸ਼ ਤੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਦੀ ਪਾਲਣਾ ਕਰਦਿਆਂ ਕਿਸਾਨੀ ਲਹਿਰ ਨੂੰ ਸਫਲ ਬਣਾਉਣ ਦਾ ਵਾਅਦਾ ਕੀਤਾ। ਦਿੱਲੀ ਦੀਆਂ ਕਈ ਵਿਦਿਆਰਥੀ ਜਥੇਬੰਦੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਸਾਨਾਂ ਦੇ ਵਿੱਚ ਪਹੁੰਚ ਕੇ ਆਪਣਾ ਸਮਰਥਨ ਦਿੱਤਾ। ਸਿਰਫ ਦਿੱਲੀ ਹੀ ਨਹੀਂ, ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਕਿਸਾਨਾਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਨੇ ਜਿਹੜੇ ਉਹ ਆਯੋਜਿਤ ਕੀਤੇ। ਦਿੱਲੀ, ਪੰਜਾਬ, ਹਰਿਆਣਾ ਤੋਂ ਇਲਾਵਾ ਗੁਜਰਾਤ ਦੇ ਭਾਵਨਗਰ ਦੇ ਵਿੱਚ ਖੇਦੂਤ ਸਮਾਜ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਸਾਰੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਜੋਸ਼ ਤੇ ਜਨੂਨ ਦੇ ਨਾਲ ਇਨਸਾਫ ਦੀ ਇਸ ਲੜਾਈ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਕਿਸਾਨਾਂ ਦੇ ਲਈ ਉਹ ਸਰਹੱਦਾਂ ਦੇ ਉੱਤੇ ਪਹੁੰਚੇ ਤੇ ਖਟਕੜ ਕਲਾਂ ਪਹੁੰਚੇ। ਤੇ ਇਹਨਾਂ ਮੋਰਚਿਆਂ ਦੇ ਉੱਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਲਈ ਨੌਜਵਾਨ ਖਾਸ ਤੌਰ ਤੇ ਬਸੰਤੀ ਰੰਗ ਦੀਆਂ ਦਸਤਾਰਾਂ ਪਹਿਨ ਕੇ ਪਹੁੰਚੇ। ਨੌਜਵਾਨਾਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ। ਕਿਸਾਨਾਂ ਸਮੇਤ ਨੌਜਵਾਨਾਂ ਸਮੇਤ ਔਰਤਾਂ ਨੇ ਵੀ ਸਟੇਜ ਤੋਂ ਤਕਰੀਰਾਂ ਕੀਤੀਆਂ। ਕਿਸਾਨਾਂ ਨੇ ਸ਼ਹੀਦਾਂ ਨਾਲ ਜੁੜੇ ਜਿਹੜੇ ਇਤਿਹਾਸਿਕ ਸਥਾਨ ਨੇ ਸੁਨਾਮ, ਖਟਕੜ ਕਲਾਂ, ਸ਼੍ਰੀ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਸਰਾਭਾ ਪਿੰਡ, ਜਲਿਆਂਵਾਲਾ ਬਾਗ, ਹੁਸੈਨੀਵਾਲਾ, ਚਮਕੌਰ ਸਾਹਿਬ ਤੇ ਹੋਰ ਜਿੰਨੀਆਂ ਵੀ ਸ਼ਹੀਦਾਂ ਦੀਆਂ ਇਤਿਹਾਸਿਕ ਥਾਵਾਂ ਨੇ ਉੱਥੋਂ
ਮਿੱਟੀ ਇਕੱਠੀ ਕਰਕੇ ਸਿੰਘੂ ਅਤੇ ਟਿੱਕਰੀ ਬਾਰਡਰ ਦੀ ਸਟੇਜ ਤੇ ਲਿਆਂਦੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਤੇ ਇਹ ਜਿਹੜੇ ਮਿੱਟੀ ਦੇ ਘੜੇ ਹੈਗੇ ਨੇ ਉਹਨਾਂ ਦੇ ਵਿੱਚ ਮਿੱਟੀ ਲਿਆਂਦੀ ਗਈ ਹੈ ਤੇ ਇਸ ਮਿੱਟੀ ਦੇ ਨਾਲ ਸਿੰਘੂ ਬਾਰਡਰ ਟਿੱਕਰੀ ਬਾਰਡਰ ਦੇ ਉੱਤੇ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦਗਾਰ ਹੈ ਜਿਹੜੀ ਉਹ ਬਣਾਈ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਲੀ ਦੇ ਟਿੱਕਰੀ ਬਾਰਡਰ ਦੇ ਪਕੌੜਾ ਚੌਂਕ ਤੇ ਜਿੱਥੇ ਇਸ ਜਥੇਬੰਦੀ ਦੀ ਮੁੱਖ ਸਟੇਜ ਲੱਗੀ ਹੋਈ ਹੈ ਇੱਥੇ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਟੇਜ ਚਲਾਉਣ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਾਰੇ ਕਿਸਾਨਾਂ ਨੇ ਤੇ ਬੀਬੀਆਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ ਤੇ ਦੁਪੱਟੇ ਲਏ ਹੋਏ ਸੀ। ਨੌਜਵਾਨਾਂ ਨੇ ਕ੍ਰਾਂਤੀਕਾਰੀ ਗੀਤ ਗਾਏ। ਸਟੇਜ ਤੇ ਹਰਿਆਣੇ ਦੀਆਂ ਔਰਤਾਂ ਨੇ ਆਪਣੇ ਅੰਦਾਜ਼ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਗੀਤ ਨੇ ਜਿਹੜੇ ਉਹ ਗਾਏ। ਇਸ ਮੌਕੇ ਕਿਸਾਨਾਂ ਨੇ ਇਹਨਾਂ ਸ਼ਹੀਦਾਂ ਸਮੇਤ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਸ਼ਹੀਦਾਂ ਨੂੰ ਵੀ ਕੁਝ ਸਮਾਂ ਖੜੇ ਰਹਿ ਕੇ ਸਲਾਮ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਸੋ ਅਸੀਂ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਜਿੰਨੇ ਵੀ ਦੇਸ਼ ਦੁਨੀਆ ਦੇ ਸਾਰੇ ਸ਼ਹੀਦ ਨੇ, ਕਿਉਂਕਿ ਸ਼ਹੀਦ ਉਹ ਹੁੰਦਾ ਹੈ ਜਿਹੜਾ ਆਪਣੀ ਖਾਤਰ ਨਹੀਂ ਮਰਦਾ, ਜਿਹੜਾ ਕੌਮ ਦੀ ਖਾਤਰ, ਧਰਮ ਦੀ ਖਾਤਰ, ਅਣਖ ਦੀ ਖਾਤਰ, ਜ਼ੁਲਮ ਦੇ ਵਿਰੁੱਧ ਦੇਸ਼ ਦੀ ਖਾਤਰ ਆਪਣੀ ਕੁਰਬਾਨੀ ਦਿੰਦਾ। ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਸਲਾਮ ਭੇਜਦੇ ਹਾਂ। ਪੰਜਾਬ ਸਰਕਾਰ ਨੇ ਇਸ ਵਾਰ ਕੋਈ ਪ੍ਰੋਗਰਾਮ ਨਹੀਂ ਮਨਾਇਆ। ਕਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕਿਸੇ ਵੀ ਵੱਡੇ ਸਮਾਗਮ ਦਾ ਖਟਕੜ ਕਲਾਂ ਦੇ ਵਿੱਚ ਪ੍ਰਬੰਧ ਨਹੀਂ ਕੀਤਾ, ਪਰ ਸ਼ਹੀਦਾਂ ਦੀ ਸਮਾਰਕ ਦੇ ਉੱਤੇ ਜਾ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਜ਼ਰੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਹੋਏ ਸੀ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਜ਼ੀਰਾ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਗਿਆ। ਆਮ ਲੋਕਾਂ ਨੇ ਵੀ ਹੁਸੈਨੀਵਾਲਾ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਲੋਕ ਸਭਾ ਦੇ ਵਿੱਚ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਸ਼ਹੀਦ ਦੇ ਨਾਮ ਤੇ ਕੋਈ ਵੱਡੀ ਯੋਜਨਾ ਦਾ ਐਲਾਨ ਕਰਨ ਦੀ ਮੰਗ ਕੀਤੀ, ਜਦਕਿ ਰਾਜ ਸਭਾ ਦੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਮਨੋਜ ਝਾ ਨੇ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਭਗਤ ਸਿੰਘ ਦੇ ਨਾਮ ਤੇ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਲੋਕ ਸਭਾ ਦੀ ਬੈਠਕ ਦੀ ਸ਼ੁਰੂਆਤ ਤੋਂ ਥੋੜੀ ਦੇਰ ਬਾਅਦ ਹੀ ਬਿੱਟੂ ਨੇ ਕਿਹਾ ਕਿ 23 ਮਾਰਚ ਨੂੰ ਸਰਦਾਰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ, ਉਹਨਾਂ ਦੀ ਸ਼ਹਾਦਤ ਹੈ ਜਿਹੜੀ ਅੱਜ 99 ਸਾਲਾਂ ਦੀ ਹੋ ਗਈ ਹੈ ਤੇ ਮੈਂ ਕਾਂਗਰਸ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਅੱਜ ਜ਼ਿੰਮੇਵਾਰੀ ਹੈ ਕਿ ਜੋ ਉਹਨਾਂ ਨੇ ਕੁਰਬਾਨੀ ਕੀਤੀ ਹੈ ਉਸ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕੋਈ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰਨ। ਰਾਜ ਸਭਾ ਦੇ ਵਿੱਚ ਮਨੋਜ ਝਾ ਨੇ ਸ਼ਹੀਦੇ ਆਜ਼ਮ ਦੇ ਨਾਮ ਤੇ ਕਿਸੇ ਵੀ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਸੋ ਇੱਕ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਨੇ, ਪਰ ਅਫਸੋਸ ਹੈ ਕਿ ਇਸ ਮੁਲਕ ਦੇ ਵਿੱਚ ਸ਼ਹੀਦਾਂ ਦੇ ਦਿਨ ਸਰਕਾਰੀ ਛੁੱਟੀ ਤੱਕ ਨਹੀਂ ਹੁੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇੱਕ ਵੀਡੀਓ ਸਾਂਝਾ ਕੀਤਾ ਤੇ ਟਵੀਟ ਕੀਤਾ ਕਿ ਆਜ਼ਾਦੀ ਦੇ ਕ੍ਰਾਂਤੀ ਦੂਤ ਅਮਰ ਸ਼ਹੀਦ ਵੀਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦ ਦਿਵਸ ਤੇ ਇਸਲਾਮ ਮਾਂ ਭਾਰਤੀ ਦੇ ਇਹਨਾਂ ਮਹਾਨ ਸਪੂਤਾਂ ਦੀ ਕੁਰਬਾਨੀ ਦੇਸ਼ ਦੀ ਹਰ ਪੀੜ੍ਹੀ ਲਈ ਪ੍ਰੇਰਨਾ ਬਣੀ ਰਹੇ। ਜੈ ਹਿੰਦ, ਸ਼ਹੀਦ ਦਿਵਸ। ਪਰ ਅਫਸੋਸ ਹੈ ਕਿ 19 ਮਾਰਚ ਨੂੰ ਹੋਲੀ ਦੀ ਛੁੱਟੀ ਤਾਂ ਹੈ ਇਸ ਮਹੀਨੇ, ਪਰ ਨਾ ਤਾਂ ਭਾਰਤ ਸਰਕਾਰ ਦੇ ਕੈਲੰਡਰ ਦੇ ਵਿੱਚ ਨਾ ਹੀ ਪੰਜਾਬ ਸਰਕਾਰ ਦੇ ਕੈਲੰਡਰ ਦੇ ਵਿੱਚ ਇਹਨਾਂ ਸ਼ਹੀਦਾਂ ਦੇ ਨਾਮ ਤੇ ਕਿਸੇ ਵੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਅੱਜ ਤੱਕ ਕਿੰਨੇ ਸਾਲ ਹੋ ਗਏ ਨੇ 1931 ਦੇ ਵਿੱਚ ਜਦੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਹੋਈ ਸੀ, ਪਰ ਅੱਜ ਤੱਕ ਭਾਰਤ ਦੇ ਵਿੱਚ ਇਹਨਾਂ ਦੇ ਨਾਮ ਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਨਹੀਂ ਕੀਤਾ ਜਾਂਦਾ। ਬਾਕੀ ਸਾਰੀਆਂ ਛੁੱਟੀਆਂ ਜ਼ਰੂਰ ਕੀਤੀਆਂ ਜਾਂਦੀਆਂ ਨੇ। ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ 2 ਅਕਤੂਬਰ ਨੂੰ ਵੀ ਸਰਕਾਰੀ ਛੁੱਟੀ ਹੁੰਦੀ ਹੈ, ਪਰ 23 ਮਾਰਚ ਵਾਲੇ ਦਿਨ ਨੂੰ ਕਦੇ ਵੀ ਸਰਕਾਰੀ ਛੁੱਟੀ ਨਸੀਬ ਨਹੀਂ ਹੋਈ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਤੁਹਾਨੂੰ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਜਿਹੜਾ ਜੱਦੀ ਘਰ ਹੈ ਉਸ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਉਣੀਆਂ ਚਾਹਾਂਗੇ। ਯਾਦਗਾਰੀ ਘਰ ਦੇ ਬਾਹਰਲੇ ਤੇ ਅੰਦਰਲੇ ਦ੍ਰਿਸ਼ ਨੇ ਜਿਹੜੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ। ਘਰ ਦੇ ਵਿਹੜੇ ਦੇ ਵਿੱਚ ਇੱਕ ਖੂਹ ਹੈ ਜਿਹੜਾ ਉਹ ਵੀ ਬਣਿਆ ਹੋਇਆ। ਇਸ ਦੇ ਨਾਲ ਹੀ ਅੰਦਰ ਜਿਹੜੇ ਅਲਮਾਰੀਆਂ ਦੇ ਵਿੱਚ ਉਸ ਵਕਤ ਦੇ ਪੁਰਾਣੇ ਜਿਹੜੇ ਸ਼ਹੀਦ ਭਗਤ ਸਿੰਘ ਦੇ ਘਰ ਦੇ ਬਰਤਨ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਤਾਂ ਖਾਲਸ ਟੀਵੀ ਦੀ ਟੀਮ ਦੇ ਵੱਲੋਂ ਖਾਸ ਤੌਰ ਤੇ ਇਹ ਤਸਵੀਰਾਂ ਉੱਥੇ ਜਾ ਕੇ ਲਈਆਂ ਗਈਆਂ ਨੇ। ਕਰੋਨਾ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਨੇ, ਪਰ ਉਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਜੋ ਪੰਜਾਬੀ ਨੌਜਵਾਨਾਂ ਦੇ ਲਈ ਸੰਦੇਸ਼ ਭੇਜਿਆ ਹੈ ਉਹਦੀਆਂ 2 ਲਾਈਨਾਂ ਨੇ ਜਿਹੜੀਆਂ ਇਨ ਬਿਨ ਉਹ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ।
ਸ਼ਹੀਦ ਭਗਤ ਸਿੰਘ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਿ ਨੌਜਵਾਨ ਪੰਜਾਬੀਓ, ਦੂਜੇ ਸੂਬਿਆਂ ਦੇ ਨੌਜਵਾਨ ਆਪੋ ਆਪਣੀ ਥਾਂ ਤੇ ਤੂਫਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਨੇ। 3 ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗ੍ਰਿਤੀ ਦਾ ਸਬੂਤ ਦਿੱਤਾ ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਪਰ ਦੂਜੇ ਪਾਸੇ ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਤੇ ਬਲੀਦਾਨਾਂ ਦੇ ਬਾਵਜੂਦ ਰਾਜਸੀ ਤੌਰ ਤੇ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸ ਕਰਕੇ ਕਿ ਅਸੀਂ ਇੱਕ ਯੋਧਿਆਂ ਦੀ ਕੌਮ ਵਿੱਚੋਂ ਹਾਂ ਤਾਂ ਪਰ ਸਾਡੇ ਵਿੱਚ ਜਥੇਬੰਦੀ ਤੇ ਅਨੁਸ਼ਾਸਨ ਦੀ ਕਮੀ ਹੈ। ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਲਾ ਦੀ ਯੂਨੀਵਰਸਿਟੀ ਤੇ ਮਾਣ ਕਰਦੇ ਹਾਂ, ਅੱਜ ਸੱਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਤੇ ਸੱਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਅਜਿਹਾ ਸਾਹਿਤ ਇੱਕ ਸਾਂਝੀ ਤੇ ਉન્નਤ ਬੋਲੀ ਤੋਂ ਬਗੈਰ ਨਹੀਂ ਰਚਿਆ ਜਾ ਸਕਦਾ। ਅਫਸੋਸ ਹੈ ਕਿ ਸਾਡੇ ਕੋਲ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੈ। ਸੋ ਸ਼ਹੀਦ ਭਗਤ ਸਿੰਘ ਕੀ ਤੁਹਾਨੂੰ ਕਹਿਣਾ ਚਾਹੁੰਦੇ ਨੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ, ਆਪਣੀ ਬੋਲੀ ਨੂੰ ਬਚਾਉਣ ਲਈ, ਸਾਹਿਤ ਰਚਨ ਦੇ ਲਈ ਤੇ ਕੁਰਬਾਨੀਆਂ ਦੀ ਯਾਦ ਦਿਵਾਉਂਦੇ ਨੇ? ਇਹਦੇ ਵਿੱਚੋਂ ਇੱਕ ਵੱਡਾ ਸੁਨੇਹਾ, ਡੂੰਘਾ ਸੁਨੇਹਾ ਸਾਨੂੰ ਮਿਲਦਾ ਹੈ ਤੇ ਆਸ ਕਰਦੇ ਹਾਂ ਕਿ ਅਸੀਂ ਸਾਰੇ ਉਸ ਸੁਨੇਹੇ ਨੂੰ ਲੈ ਸਕੀਏ। ਕਰੋਨਾ ਦੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਨੇ। ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਦੇਸ਼ ਦੇ ਵਿੱਚ ਕਰੋਨਾ ਦਾ ਟੀਕਾ ਲਾਇਆ ਜਾਵੇਗਾ। 1 ਅਪ੍ਰੈਲ ਤੋਂ ਇਹ ਟੀਕਾ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਟੀਕਾਕਰਨ ਦਾ ਦੂਸਰਾ ਪੜਾਅ ਜਿਹੜਾ ਉਹ ਚੱਲ ਰਿਹਾ ਹੈ, ਪਰ 1 ਅਪ੍ਰੈਲ ਤੋਂ 45 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲੱਗੇਗਾ। ਕੋਈ ਵੀ ਟੀਕਾ ਲਵਾਉਣ ਤੋਂ ਬਚ ਨਹੀਂ ਸਕੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਦਾ ਐਲਾਨ ਕੀਤਾ ਤੇ ਦੱਸਿਆ ਕਿ 1 ਅਪ੍ਰੈਲ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਜਾਏਗੀ। ਹਾਲੇ ਤੱਕ ਇਹ ਵੈਕਸੀਨ ਉਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਜਾਂ ਫਿਰ 45 ਸਾਲ ਤੋਂ ਉੱਪਰ ਦੇ ਉਹ ਲੋਕ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ। ਉਹਨਾਂ ਕਿਹਾ ਕਿ ਇਸ ਬਾਰੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ। ਟਾਸਕ ਫੋਰਸ ਦੀ ਸਲਾਹ ਤੇ ਵਿਗਿਆਨਕ ਆਧਾਰ ਤੇ ਫੈਸਲਾ ਲਿਆ ਗਿਆ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ, ਭਾਵੇਂ ਉਹਨਾਂ ਨੂੰ ਕੋਈ ਬਿਮਾਰੀ ਹੈ ਜਾਂ ਨਹੀਂ ਹੈ, ਉਹਨਾਂ ਨੂੰ ਟੀਕਾ ਲਾਇਆ ਜਾਵੇਗਾ। ਜਾਵੜੇਕਰ ਨੇ ਕਿਹਾ ਕਿ ਹੁਣ ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ ਕਿ ਵੈਕਸੀਨ ਦੀ ਦੂਸਰੀ ਡੋਜ਼ ਹੈ ਜਿਹੜੀ ਉਹ 4 ਤੋਂ 8 ਹਫ਼ਤਿਆਂ ਵਿੱਚ ਲਈ ਜਾ ਸਕਦੀ ਹੈ, ਯਾਨੀ 2 ਖੁਰਾਕਾਂ ਵਿਚਾਲੇ 8 ਹਫ਼ਤਿਆਂ ਤੱਕ ਦਾ ਸਮਾਂ ਪਾਇਆ ਜਾ ਸਕਦਾ ਹੈ। ਕੋਵਿਸ਼ੀਲਡ ਵੈਕਸੀਨ ਦੀ ਦੂਸਰੀ ਖੁਰਾਕ ਪਹਿਲਾਂ 4 ਤੋਂ 6 ਹਫ਼ਤਿਆਂ ਦੇ ਵਿੱਚ ਮਿਲਦੀ ਸੀ, ਪਰ ਜੇ ਕਿਸੇ ਕਾਰਨ ਕਰਕੇ ਤੁਸੀਂ 6 ਹਫ਼ਤਿਆਂ ਤੱਕ ਵੀ ਦੂਜਾ ਟੀਕਾ ਨਹੀਂ ਲਵਾ ਸਕਦੇ ਤਾਂ ਤੁਸੀਂ 8 ਹਫ਼ਤਿਆਂ ਤੱਕ ਵੀ ਲਵਾ ਸਕਦੇ ਹੋ। ਪੰਜਾਬੀਆਂ ਨੂੰ ਯੂਕੇ ਦੀ ਜਿਹੜੀ ਕਰੋਨਾ ਦੀ ਨਵੀਂ ਸਟ੍ਰੇਨ ਹੈ ਉਸ ਦਾ ਖਤਰਾ ਪੈਦਾ ਹੋ ਗਿਆ ਕਿਉਂਕਿ ਜਾਂਚ ਲਈ ਜਿਹੜੇ ਸੈਂਪਲ ਭੇਜੇ ਸੀ ਉਹਨਾਂ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਯੂਕੇ ਦਾ ਜਿਹੜਾ ਸਟ੍ਰੇਨ ਹੈ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਜੀਨੋਮ ਦੀ ਤਰਤੀਬ ਲਈ ਕੇਂਦਰ ਨੂੰ ਭੇਜੇ ਗਏ 401 ਨਮੂਨਿਆਂ ਦੇ ਵਿੱਚੋਂ 81% ਸੈਂਪਲ ਯੂਕੇ ਦੇ ਨਵੇਂ ਕੋਵਿਡ ਸਟ੍ਰੇਨ ਵਾਲੇ ਪਾਏ ਗਏ ਨੇ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ ਤੇ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਕਿ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇ, 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕਵਰ ਕੀਤਾ ਜਾਵੇ ਕਿਉਂਕਿ ਕੋਵਿਡ ਦਾ ਇਹ ਜਿਹੜਾ ਨਵਾਂ ਰੂਪ ਹੈ ਉਹ ਨੌਜਵਾਨਾਂ ਦੇ ਵਿੱਚ ਵੱਧ ਪਾਇਆ ਗਿਆ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਤੇ ਇਸੇ ਦਰਮਿਆਨ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ 58 ਮੌਤਾਂ ਜਿਹੜੀਆਂ ਉਹ ਕਰੋਨਾ ਦੇ ਨਾਲ ਹੋਈਆਂ ਨੇ। ਪੂਰੇ ਦੇਸ਼ ਦੇ ਵਿੱਚ 40,715 ਨਵੇਂ ਮਰੀਜ਼ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਨੇ। ਪੂਰੇ ਦੇਸ਼ ਦੇ ਵਿੱਚ 199 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਹਦੇ ਵਿੱਚੋਂ 58 ਮੌਤਾਂ ਕੱਲੇ ਪੰਜਾਬ 'ਚ ਹੋਈਆਂ ਨੇ। ਤੇ ਸਰਕਾਰ ਹੈ ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਹੈ ਉਹ ਕੋਈ ਸਖਤ ਕਦਮ ਆਉਣ ਵਾਲੇ ਦਿਨਾਂ ਦੇ ਵਿੱਚ ਚੁੱਕ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਸਮੇਤ ਸਾਰੇ ਜਿਹੜੇ ਕੋਵਿਡ ਸੇਫਟੀ ਪ੍ਰੋਟੋਕੋਲ ਉਹਨਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਚੇਤਾਵਨੀ ਵੀ ਦਿੱਤੀ ਹੈ ਕੈਪਟਨ ਨੇ ਕਿ ਜੇਕਰ ਲੋਕ ਕੋਵਿਡ ਦੇ ਢੁਕਵੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋ ਜਾਵਾਂਗੇ। ਮੁਹਾਲੀ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਕਿਸੇ ਵੀ ਤਰ੍ਹਾਂ ਦੇ ਇਕੱਠ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਇਹਦੇ ਵਿੱਚ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵੀ ਸ਼ਾਮਿਲ ਨੇ, ਯਾਨੀ ਕਿ ਮੁਹਾਲੀ ਦੇ ਵਿੱਚ ਹੁਣ ਕਿਸੇ ਵੀ ਤਰੀਕੇ ਦਾ ਕੋਈ ਵੀ ਇਕੱਠ ਨਹੀਂ ਹੋ ਸਕਦਾ। ਵਿਆਹ ਜਾਂ ਫਿਰ ਮੌਤ ਵਾਲੇ ਇਕੱਠਾਂ ਨੂੰ ਛੱਡ ਕੇ ਉੱਥੇ ਵੀ 20 ਤੋਂ ਵੱਧ ਵਿਅਕਤੀ ਜਿਹੜੇ ਉਹ ਇਕੱਠੇ ਨਹੀਂ ਹੋ ਸਕਦੇ। ਸਿਆਸੀ ਰੈਲੀਆਂ ਤੇ ਤਾਂ ਰੋਕ ਹੀ ਲਾ ਦਿੱਤੀ ਗਈ ਹੈ ਕਿ ਸਿਆਸਤ ਦੇ ਨਾਮ ਦੇ ਉੱਤੇ ਕੋਈ ਵੀ ਇਕੱਠ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਜਦਕਿ ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ 100 ਤੋਂ 200 ਬੰਦਿਆਂ ਦਾ ਇਕੱਠ ਹੈ ਜਿਹੜਾ ਉਹ ਕੀਤਾ ਜਾ ਸਕਦਾ ਸੀ। ਹਾਲਾਂਕਿ ਇਸ ਨਿਯਮ ਦੀ ਕਦੇ ਵੀ ਪਾਲਣਾ ਜਿਹੜੀ ਉਹ ਨਹੀਂ ਦੇਖੀ ਗਈ। ਇਸੇ ਤਰ੍ਹਾਂ ਹੀ ਇਕੱਠ ਨੇ ਜਿਹੜੇ ਉਹ ਬਿਨਾਂ ਕਿਸੇ ਸੀਮਿਤ ਗਿਣਤੀ ਤੋਂ ਲਗਾਤਾਰ ਹੁੰਦੇ ਰਹਿੰਦੇ ਸੀ। ਇੰਨਾ ਹੀ ਨਹੀਂ, ਡੀਸੀ ਗਿਰੀਸ਼ ਦਿਆਲਨ ਨੇ ਵੀ ਕਿਹਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਹੋਏਗਾ। ਬਹੁਤ ਹੀ ਜ਼ਰੂਰੀ ਹਾਲਤ ਦੇ ਵਿੱਚ ਲੋਕ ਦਫ਼ਤਰ ਦੇ ਵਿੱਚ ਜਾ ਸਕਣਗੇ। ਸਾਰੇ ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਤੇ ਸ਼ਾਪਿੰਗ ਮਾਲ ਐਤਵਾਰ ਨੂੰ ਮੁਹਾਲੀ ਦੇ ਵਿੱਚ ਬੰਦ ਰਹਿਣਗੇ। ਰਾਤ ਨੂੰ ਕਰਫਿਊ ਦੌਰਾਨ ਖਾਣੇ
ਦੀ ਸਿਰਫ ਹੋਮ ਡਿਲੀਵਰੀ ਕੀਤੀ ਜਾ ਸਕੇਗੀ ਤੇ ਸਿਨੇਮਾ ਘਰਾਂ, ਥੀਏਟਰਾਂ ਤੇ ਮਲਟੀਪਲੈਕਸ ਦੇ ਵਿੱਚ 50% ਦੀ ਸਮਰੱਥਾ ਤੱਕ ਹੀ ਲੋਕਾਂ ਦੇ ਆਉਣ ਦੀ ਇਜਾਜ਼ਤ ਹੋਏਗੀ ਤੇ ਐਤਵਾਰ ਨੂੰ ਤਾਂ ਬੰਦ ਹੀ ਰਹਿਣਗੇ। ਕਿਸੇ ਵੀ ਸ਼ਾਪਿੰਗ ਮਾਲ ਦੇ ਵਿੱਚ 100 ਤੋਂ ਵੱਧ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਏਗੀ। ਸਾਰੇ ਸਕੂਲ ਤੇ ਕਾਲਜ 31 ਮਾਰਚ ਤੱਕ ਬੰਦ ਰਹਿਣਗੇ। ਅਧਿਆਪਕ ਤੇ ਹੋਰ ਕਰਮਚਾਰੀ ਸਕੂਲ ਆਉਂਦੇ ਰਹਿਣਗੇ। ਬਿਨਾਂ ਮਾਸਕ ਤੋਂ ਘੁੰਮਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਕਰੋਨਾ ਟੈਸਟ ਕਰਵਾਏਗਾ। ਰਜਿਸਟਰੀ ਆਦਿ ਸਭ ਲਈ ਰਜਿਸਟਰਾਰ ਦਫ਼ਤਰ ਨੂੰ ਸੀਮਾ ਨਿਰਧਾਰਿਤ ਕਰਨ ਲਈ ਕਹਿ ਦਿੱਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਤ ਨੂੰ 10 ਵਜੇ ਤੋਂ ਬਾਅਦ ਆਪਣੇ ਘਰ ਕਿਸੇ ਨੂੰ ਨਾ ਬੁਲਾਉਣ। 27 ਮਾਰਚ ਤੋਂ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਕਰੋਨਾ ਮਹਾਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਮੌਨ ਧਾਰਨ ਕੀਤਾ ਜਾਏਗਾ। ਇਸ ਦੌਰਾਨ ਸੜਕਾਂ ਦੇ ਉੱਤੇ ਵਾਹਨ ਵੀ ਨਹੀਂ ਚੱਲਣਗੇ। ਸੋ ਇਹ ਜਿਹੜੀਆਂ ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ, ਉਹੀ ਹਦਾਇਤਾਂ ਮੋਹਾਲੀ ਦੇ ਡੀਸੀ ਦੇ ਵੱਲੋਂ ਜਿਹੜੀਆਂ ਨੇ ਉਹ ਦੁਹਰਾਈਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਆਪਣੇ ਘਰ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਤੇ 10 ਤੋਂ ਵੱਧ ਲੋਕਾਂ ਨੂੰ ਨਾ ਬੁਲਾਇਆ ਜਾਵੇ। ਰਾਤ ਦਾ ਕਰਫਿਊ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ। ਸੋ ਇੱਕ ਜਿਹੜੀ ਅਹਿਮ ਗੱਲ ਹੈ, ਇੱਕ ਤਾਂ ਇਹ ਕਿ ਐਤਵਾਰ ਨੂੰ ਸਾਰੇ ਜਿਹੜੇ ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਤੇ ਸ਼ਾਪਿੰਗ ਮਾਲ ਮੋਹਾਲੀ ਦੇ ਵਿੱਚ ਬੰਦ ਰਹਿਣਗੇ। ਰਾਤ ਨੂੰ 10 ਵਜੇ ਤੋਂ ਬਾਅਦ ਕਿਸੇ ਨੂੰ ਆਪਣੇ ਘਰ ਵਿੱਚ ਨਾ ਬੁਲਾਓ। ਆਪਣੇ ਘਰ 'ਚ ਜੇ ਕੋਈ ਪ੍ਰੋਗਰਾਮ ਰੱਖਿਆ ਤਾਂ 10 ਤੋਂ ਵੱਧ ਲੋਕਾਂ ਨੂੰ ਨਾ ਸੱਦੋ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਭਾਵੇਂ 31 ਮਾਰਚ ਤੱਕ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ਬੰਦ ਕੀਤੇ ਗਏ ਨੇ, ਪਰ ਹਰਿਆਣਾ ਦੇ ਵਿੱਚ ਵਿਦਿਅਕ ਅਦਾਰੇ ਬੰਦ ਨਹੀਂ ਕੀਤੇ ਜਾਣਗੇ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਹਾਲੇ ਹਰਿਆਣਾ ਦੇ ਵਿੱਚ ਸਕੂਲ, ਕਾਲਜ ਬੰਦ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਕਿਉਂਕਿ ਹਰਿਆਣਾ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ। ਜੇ ਕਰੋਨਾ ਕਾਰਨ ਹਾਲਾਤ ਵਿਗੜਦੇ ਨੇ ਤਾਂ ਸਕੂਲਾਂ ਸੰਬੰਧੀ ਕੋਈ ਫੈਸਲਾ ਲਿਆ ਜਾਏਗਾ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਤੋਂ ਦੂਜੀ ਕਲਾਸ ਦੀਆਂ ਪ੍ਰੀਖਿਆਵਾਂ ਜ਼ੁਬਾਨੀ ਹੋਣਗੀਆਂ। ਤੀਜੀ ਤੋਂ 8ਵੀਂ ਤੱਕ ਦੇ ਪੇਪਰ ਆਨਲਾਈਨ ਲਏ ਜਾਣਗੇ। 9ਵੀਂ ਤੇ 11ਵੀਂ ਦੇ ਪੇਪਰ ਆਫਲਾਈਨ ਯਾਨੀ ਕਿ ਸਕੂਲਾਂ 'ਚ ਹੋਣਗੇ। ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਨਵੇਂ ਦਾਖਲੇ ਸ਼ੁਰੂ ਹੋ ਜਾਣਗੇ ਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ ਆਨਲਾਈਨ ਜਾਂ ਆਫਲਾਈਨ ਆਪਣੀ ਸਹੂਲਤ ਦੇ ਮੁਤਾਬਿਕ ਪੇਪਰ ਲੈ ਸਕਦੀਆਂ ਨੇ। ਕਰਨਾਟਕਾ ਤੋਂ ਵੀ ਖਬਰ ਹੈ ਕਰੋਨਾ ਨੂੰ ਲੈ ਕੇ ਕਿ ਕਰਨਾਟਕਾ ਦੀ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਦੇ ਯਾਤਰੀਆਂ ਨੂੰ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇ ਨਾਲ ਹੀ ਸੂਬੇ ਵਿੱਚ ਦਾਖਲ ਹੋਣ ਦਾ ਹੁਕਮ ਜਾਰੀ ਕੀਤਾ। ਯਾਨੀ ਕਿ ਜੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਜਾਂ ਫਿਰ ਚੰਡੀਗੜ੍ਹ ਦੇ ਜਾਂ ਇਹਨਾਂ ਸੂਬਿਆਂ ਤੋਂ ਤੁਸੀਂ ਕਰਨਾਟਕਾ ਜਾ ਰਹੇ ਹੋ ਤਾਂ ਤੁਹਾਨੂੰ ਕਰੋਨਾ ਦਾ ਟੈਸਟ ਕਰਾਉਣਾ ਹੀ ਹੋਏਗਾ, ਪਰ ਰਿਪੋਰਟ ਹੈ ਜਿਹੜੀ ਉਹ ਨੈਗੇਟਿਵ ਹੋਣੀ ਚਾਹੀਦੀ ਹੈ ਤੇ 72 ਘੰਟੇ ਪੁਰਾਣੀ ਨਹੀਂ ਹੋਣੀ ਚਾਹੀਦੀ। ਸਰਕਾਰ ਨੇ ਕੇਰਲਾ ਤੇ ਮਹਾਰਾਸ਼ਟਰ ਦੇ ਲੋਕਾਂ ਲਈ ਪਹਿਲਾਂ ਹੀ ਇਹ ਹੁਕਮ ਜਾਰੀ ਕਰ ਰੱਖੇ ਨੇ। ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ਹੋਣ ਕਰਕੇ ਫੈਸਲਾ ਲੈਣਾ ਪਿਆ ਹੈ। ਕਰੋਨਾ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਨਾਲ ਜੁੜਿਆ ਇੱਕ ਫੈਸਲਾ ਦੱਸ ਦਿੰਦੇ ਹਾਂ। ਫੈਸਲਾ ਬੜਾ ਅਹਿਮ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕਿਤਾਬਾਂ ਦੇ ਬਾਰੇ ਪ੍ਰਾਈਵੇਟ ਸਕੂਲਾਂ ਨੂੰ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ। ਵਿਭਾਗ ਨੇ ਸਾਰੇ ਸਕੂਲਾਂ ਨੂੰ ਨੋਟੀਫਿਕੇਸ਼ਨ ਭੇਜ ਕੇ ਹੁਕਮ ਦਿੱਤੇ ਨੇ ਕਿ ਵਿਦਿਆਰਥੀਆਂ ਨੂੰ ਜਿਹੜੀਆਂ ਪ੍ਰਮਾਣਿਤ ਕਿਤਾਬਾਂ ਨੇ ਉਹ ਲਾਏ ਜਾਣ ਦੇ ਹੀ ਹੁਕਮ ਦਿੱਤੇ ਜਾਣ। ਕੁਝ ਸਕੂਲਾਂ ਦੇ ਵਿੱਚ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਜ਼ਰੂਰੀ ਕਰ ਦਿੱਤੀਆਂ ਜਾਂਦੀਆਂ ਨੇ। ਵਿਦਿਆਰਥੀਆਂ ਦੇ ਉੱਤੇ ਦਬਾਅ ਬਣਾਇਆ ਜਾਂਦਾ ਕਿ ਤੁਸੀਂ ਇਸੇ ਦੁਕਾਨ ਤੋਂ ਜਾਂ ਇਸੇ ਦੁਕਾਨਦਾਰ ਤੋਂ ਇਸੇ ਪ੍ਰਕਾਸ਼ਕ ਦੀਆਂ ਕਿਤਾਬਾਂ ਖਰੀਦਣੀਆਂ ਨੇ, ਇਸ ਹੀ ਦੁਕਾਨ ਤੋਂ ਤੁਸੀਂ ਵਰਦੀਆਂ ਖਰੀਦਣੀਆਂ ਨੇ, ਹੋਰ ਕਿਤੋਂ ਨਹੀਂ ਖਰੀਦ ਸਕਦੇ। ਇਹਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਤੇ ਬੋਝ ਪੈਂਦਾ ਸੀ ਤੇ ਕਈ ਸ਼ਿਕਾਇਤਾਂ ਨੇ ਜਿਹੜੀਆਂ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਵਿਭਾਗ ਨੂੰ ਮਿਲੀਆਂ ਸੀ, ਜਿਸ ਤੋਂ ਬਾਅਦ ਵਿਭਾਗ ਨੇ ਸਖਤੀ ਕੀਤੀ ਹੈ ਤੇ ਕਿਹਾ ਕਿ ਕਿਸੇ ਵੀ ਖਾਸ ਦੁਕਾਨ ਤੋਂ ਹੀ ਕਿਤਾਬਾਂ ਜਾਂ ਵਰਦੀਆਂ ਲੈਣ ਦੇ ਲਈ ਵਿਦਿਆਰਥੀਆਂ ਨੂੰ ਮਜਬੂਰ ਨਾ ਕੀਤਾ ਜਾਵੇ। ਸਿਰਫ ਬੋਰਡ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਲਾਏ ਜਾਣ ਦੇ ਹੁਕਮ ਹੀ ਵਿਭਾਗ ਨੇ ਜਾਰੀ ਕੀਤੇ ਨੇ। ਚੇਤਾਵਨੀ ਦੇ ਦਿੱਤੀ ਹੈ ਕਿ ਜੇ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ, ਵਿਦਿਆਰਥੀਆਂ ਨੂੰ ਪਰੇਸ਼ਾਨ ਕਰੋਗੇ, ਮਜਬੂਰ ਕਰੋਗੇ, ਦਬਾਅ ਬਣਾਓਗੇ ਇੱਕ ਨਿਸ਼ਚਿਤ ਥਾਂ ਤੋਂ ਹੀ ਕਿਤਾਬਾਂ ਜਾਂ ਵਰਦੀਆਂ ਲੈਣ ਦੇ ਲਈ, ਤਾਂ ਉਹਨਾਂ ਸਕੂਲਾਂ ਦੀ NOC ਤੇ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ਨੇ ਇਸ ਸੰਬੰਧੀ CBSE, ICSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਜਿੰਨੇ ਵੀ ਪੰਜਾਬ ਦੇ ਵਿੱਚ ਸਕੂਲ ਨੇ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਨੇ ਤੇ ਉਦੇਸ਼ ਹੈ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨਾ। ਸੁਪਰੀਮ ਕੋਰਟ ਨੇ ਕਰਜ਼ਾ ਮਾਫੀ ਮਿਆਦ ਵਧਾਉਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਕਰਜ਼ਾ ਮਾਫੀ ਦੀ ਮਿਆਦ ਵਧਾਉਣ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਕਰਜ਼ਾ ਮਾਫੀ ਦੌਰਾਨ ਵਿਆਜ ਦੀ ਪੂਰੀ ਛੋਟ ਮਾਫੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਸਰਕਾਰ ਜਾਂ ਰਿਜ਼ਰਵ ਬੈਂਕ ਨੂੰ ਵਿਸ਼ੇਸ਼ ਵਿੱਤੀ ਪੈਕੇਜ ਜਾਂ ਰਾਹਤ ਦੇਣ ਦਾ ਐਲਾਨ ਕਰਨ ਲਈ ਕੋਈ ਹੁਕਮ ਅਸੀਂ ਜਾਰੀ ਨਹੀਂ ਕਰ ਸਕਦੇ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ 6 ਮਹੀਨੇ ਦੀ ਕਰਜ਼ਾ ਕਿਸ਼ਤ ਦੀ ਰਕਮ ਦੀ ਮਿਆਦ ਲਈ ਕਰਜ਼ਾ ਲੈਣ ਵਾਲਿਆਂ ਤੋਂ ਕੋਈ ਮਿਸ਼ਰਤ ਜਾਂ ਜੁਰਮਾਨਾ ਵਿਆਜ ਨਹੀਂ ਲਿਆ ਜਾਏਗਾ। ਅਦਾਲਤ ਦੇ ਮੁਤਾਬਿਕ ਕੇਂਦਰ ਸਰਕਾਰ ਤੇ RBI ਮਾਹਿਰਾਂ ਦੀ ਰਾਏ ਨੂੰ ਵਿਚਾਰਨ ਤੋਂ ਬਾਅਦ ਹੀ ਆਪਣੀ ਆਰਥਿਕ ਨੀਤੀ ਦਾ ਫੈਸਲਾ ਕਰਦੇ ਨੇ, ਜਦਕਿ ਅਦਾਲਤ ਤੋਂ ਆਰਥਿਕ ਮਾਮਲਿਆਂ ਦੇ ਵਿੱਚ ਮੁਹਾਰਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਅਸੀਂ ਆਰਥਿਕ ਨੀਤੀ ਬਾਰੇ ਕੇਂਦਰ ਸਰਕਾਰ ਦੇ ਸਲਾਹਕਾਰ ਨਹੀਂ ਹਾਂ।
ਕਰੋਨਾ ਮਹਾਮਾਰੀ ਬਾਰੇ ਵੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੂਰਾ ਦੇਸ਼ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਇਆ ਸੀ। ਕੇਂਦਰ ਸਰਕਾਰ ਨੂੰ ਆਰਥਿਕ ਤੰਗੀ ਅਤੇ ਤਾਲਾਬੰਦੀ ਕਾਰਨ ਟੈਕਸਾਂ ਦੀ ਕਮੀ ਦੇ ਵਿਚਕਾਰ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਰਥਿਕ ਪੈਕੇਜ ਦਾ ਐਲਾਨ ਵੀ ਕਰਨਾ ਪਿਆ ਸੀ। ਭਾਰਤ ਵਿੱਚ ਰਹਿੰਦੀ ਸਿੱਖ ਸੰਗਤ ਦੇ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਦੇ ਮੌਕੇ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਹੈ। ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਕੁਝ ਖਾਸ ਸ਼ਰਤਾਂ ਦੇ ਨਾਲ ਇਹ ਇਜਾਜ਼ਤ ਦਿੱਤੀ ਹੈ ਤੇ ਗ੍ਰਹਿ ਮੰਤਰਾਲੇ ਮੁਤਾਬਿਕ ਸਿੱਖ ਜਥੇ ਨੂੰ ਇਹਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਏਗੀ। ਹਦਾਇਤਾਂ ਕੀ ਨੇ ਕਿ ਜਥੇ ਦਾ ਕੋਈ ਵੀ ਮੈਂਬਰ ਪਾਕਿਸਤਾਨ ਦੇ ਵਿੱਚ ਕਿਸੇ ਖਾਸ ਪ੍ਰਾਹੁਣਾਚਾਰੀ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ, ਯਾਨੀ ਕਿ ਸਿਰਫ ਤੇ ਸਿਰਫ ਗੁਰਧਾਮਾਂ ਦੇ ਦਰਸ਼ਨ ਹੀ ਕੀਤੇ ਜਾਣਗੇ, ਹੋਰ ਕਿਤੇ ਨਹੀਂ ਜਾਣ ਦਿੱਤਾ ਜਾਏਗਾ। ਜਥੇ ਦੇ ਮੈਂਬਰਾਂ ਦੀ ਚੋਣ ਪੰਜਾਬ ਪੁਲਿਸ, CID ਤੇ ਸੁਰੱਖਿਆ ਜਾਂ ਫਿਰ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਜਾਏਗੀ। ਹੁਣ ਇਹ ਹਦਾਇਤ ਕਿਉਂ ਦਿੱਤੀ ਗਈ ਹੈ, ਇਹ ਬਾਉਂਡੇਸ਼ਨ ਕਿਉਂ ਲਾਈ ਗਈ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਿਰਫ ਉਹਨਾਂ ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਨੂੰ ਜਿਹੜਾ ਸੰਬੰਧਿਤ ਸੂਬੇ ਦੀ ਸਰਕਾਰ ਦੀ ਮਨਜ਼ੂਰੀ ਹੋਵੇਗੀ। ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ 26 ਮਾਰਚ ਤੱਕ ਸੰਗਤ ਦੀ ਸੂਚੀ ਭੇਜਣ ਲਈ ਕਹਿ ਦਿੱਤਾ ਗਿਆ ਤੇ SGPC ਨੇ ਵੀ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ ਨੇ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਿੱਖ ਸੰਗਤ ਪਾਕਿਸਤਾਨ ਇਸ ਵਾਰੀ ਜਾਏਗੀ ਖਾਲਸੇ ਦਾ ਸਾਜਨਾ ਦਿਹਾੜਾ ਮਨਾਉਣ ਦੇ ਲਈ, ਪਰ ਇਸ ਗੱਲ ਦਾ ਬੇਹੱਦ ਦੁੱਖ ਵੀ ਹੈ ਕਿ ਕੇਂਦਰ ਸਰਕਾਰ ਨੇ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਪਾਕਿਸਤਾਨ ਨਹੀਂ ਜਾਣ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਵੀ ਤਾਂ ਕਰੋਨਾ ਹੈ, ਹਾਲਾਤ ਬਲਕਿ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਨੇ। ਅਕਤੂਬਰ ਵਿੱਚ ਜੋ ਜਥਾ ਗਿਆ ਸੀ ਕਰੋਨਾ ਉਦੋਂ ਵੀ ਸੀਗਾ, ਪਰ ਵਿਸ਼ੇਸ਼ ਜਥਾ ਜਾਣ ਮੌਕੇ ਕੇਂਦਰ ਸਰਕਾਰ ਨੇ ਅੜਿੱਕਾ ਲਾਇਆ, ਜਾਣਬੁੱਝ ਕੇ ਲਾਇਆ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਜਥੇ ਨੂੰ ਜਾਣ ਤੋਂ ਰੋਕ ਦਿੱਤਾ। ਹੁਣ ਪ੍ਰੋਗਰਾਮ ਪਾਕਿਸਤਾਨ ਦੇ ਵਿੱਚ ਕੀ ਹੋਣਗੇ ਖਾਲਸਾ ਸਾਜਨਾ ਦਿਹਾੜੇ ਮੌਕੇ? ਸਭ ਤੋਂ ਪਹਿਲਾਂ 12 ਅਪ੍ਰੈਲ ਨੂੰ ਜਥਾ ਵਾਘਾ ਸਰਹੱਦ ਦੇ ਰਾਹੀਂ ਪੈਦਲ ਪਾਕਿਸਤਾਨ 'ਚ ਦਾਖਲ ਹੋਏਗਾ, ਉੱਥੋਂ ਗੁਰਦੁਆਰਾ ਪੰਜਾ ਸਾਹਿਬ ਜਾਏਗਾ। ਫਿਰ ਇਹ ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਰੁਕੇਗਾ ਤੇ ਉੱਥੋਂ ਵਲੀ ਕੰਧਾਰੀ ਜਾਏਗਾ। ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹੋਵੇਗਾ। ਇਸ ਤੋਂ ਬਾਅਦ ਸਿੱਖ ਸੰਗਤ ਦਾ ਜਥਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਨਨਕਾਣਾ ਸਾਹਿਬ ਵਿਖੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਸੱਚਾ ਸੌਦਾ ਫਰੂਖਾਬਾਦ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਜਥਾ ਵਾਪਸ ਨਨਕਾਣਾ ਸਾਹਿਬ ਪਰਤੇਗਾ। 17 ਅਪ੍ਰੈਲ ਨੂੰ ਜਥਾ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਜਾਵੇਗਾ ਤੇ ਉਸ ਤੋਂ ਬਾਅਦ 18 ਅਪ੍ਰੈਲ ਨੂੰ ਡੇਰਾ ਸਾਹਿਬ ਰੁਕਣ ਤੋਂ ਬਾਅਦ 19 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਪਹੁੰਚੇਗਾ। ਇੱਥੇ ਹੀ ਰਾਤ ਨੂੰ ਆਰਾਮ ਕਰੇਗਾ ਤੇ ਫਿਰ 20 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨ ਤੋਂ ਬਾਅਦ ਲਾਹੌਰ ਪਰਤੇਗਾ। 21 ਅਪ੍ਰੈਲ ਤੱਕ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਿਵਾਸ ਤੋਂ ਬਾਅਦ ਸਰਹੱਦ ਰਾਹੀਂ ਵਾਘਾ ਸਰਹੱਦ ਰਾਹੀਂ 22 ਅਪ੍ਰੈਲ ਨੂੰ ਵਾਪਸ ਭਾਰਤ ਪਰਤ ਆਏਗਾ। ਸੋ SGPC ਨੇ ਜਿਹੜੀ ਵੀ ਸੰਗਤ ਜਾਣ ਦੀ ਚਾਹਵਾਨ ਹੈ ਉਹਨਾਂ ਤੋਂ ਪਾਸਪੋਰਟ ਨੇ ਜਿਹੜੇ ਉਹ ਮੰਗੇ ਨੇ, ਜਿਹੜੇ ਕਿ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਮੁੱਖ ਦਫ਼ਤਰ ਹੈ ਜਿਹੜਾ SGPC ਦਾ, ਉੱਥੇ ਤੁਸੀਂ ਪਹੁੰਚਾ ਸਕਦੇ ਹੋ। ਮੋਗਾ ਜ਼ਿਲ੍ਹੇ ਦੀਆਂ 2 ਸਕੀਆਂ ਭੈਣਾਂ ਨੂੰ ਅਗਵਾ ਕਰਨ ਤੇ ਕਤਲ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਿਓ ਮੋਟੋ ਨੋਟਿਸ ਲੈਂਦੇ ਹੋਏ ਇਸ ਮਾਮਲੇ ਵਿੱਚ ਮੋਗਾ ਦੇ SSP ਤੋਂ ਰਿਪੋਰਟ ਤਲਬ ਕੀਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਮੀਡੀਆ ਰਾਹੀਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ, ਜਿਸ ਤੇ ਸੂ ਮੋਟੋ ਨੋਟਿਸ ਲੈਂਦੇ ਹੋਏ SSP ਮੋਗਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਸ ਮਾਮਲੇ ਵਿੱਚ ਕੋਰਟ ਵਿੱਚ ਚਲਾਨ ਪੇਸ਼ ਕਰਕੇ 7 ਅਪ੍ਰੈਲ 2021 ਤੱਕ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰਨ। ਪੰਜਾਬ ਤੋਂ ਇੱਕ ਹੋਰ ਬੜੀ ਦਿਲਚਸਪ ਖਬਰ ਹੈ ਕਿ ਇਸ ਵਾਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਦੁੱਗਣੀਆਂ ਤਨਖਾਹਾਂ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਮੁਲਾਜ਼ਮਾਂ ਨੂੰ ਇੱਕ ਨੋਟਿਸ ਕੱਢਿਆ ਹੈ ਕਿ ਦੁੱਗਣੀ ਤਨਖਾਹ ਨਾ ਕਢਾਈ ਜਾਵੇ, ਸਿਰਫ 1 ਮਹੀਨੇ ਦੀ ਤਨਖਾਹ ਹੀ ਕਢਾਈ ਜਾਵੇ, ਯਾਨੀ ਕਿ 1-1 ਮਹੀਨੇ ਦੀ ਬਜਾਏ 2-2 ਮਹੀਨੇ ਦੀਆਂ ਤਨਖਾਹਾਂ ਪਾ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ ਵੱਧ ਪੈਸੇ ਨਾ ਕਢਾਏ ਜਾਣ, ਸਿਰਫ ਤੇ ਸਿਰਫ 1 ਮਹੀਨੇ ਦੀ ਤਨਖਾਹ ਹੀ ਕਢਾਈ ਜਾਵੇ। ਸੋ ਯਾਨੀ ਕਿ ਇਹ ਵੀ ਇੱਥੇ ਸਵਾਲ ਉੱਠਦਾ ਹੈ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਖਾਲੀ ਕਿਹਾ ਜਾਂਦਾ ਹੈ ਤੇ ਉਹਦੇ ਵਿੱਚ ਮੁਲਾਜ਼ਮਾਂ ਦੇ ਲਈ ਦੁੱਗਣੀਆਂ ਤਨਖਾਹਾਂ ਦਾ ਕੋਟਾ ਵੀ ਪਿਆ ਹੋਇਆ ਹੈ, ਜਦਕਿ ਪਿਛਲੇ ਕਾਫੀ ਮਹੀਨਿਆਂ ਤੋਂ ਮੁਲਾਜ਼ਮ ਨੇ ਜਿਹੜੇ ਉਹ ਆਪਣੀਆਂ ਬਕਾਇਆ ਤਨਖਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵੀ ਕਰਦੇ ਰਹੇ ਨੇ। ਤੇ ਇਹ ਬੜੀ ਦਿਲਚਸਪ ਗੱਲ ਹੈ ਕਿ 2-2 ਮਹੀਨੇ ਦੀਆਂ ਇਕੱਠੀਆਂ ਤਨਖਾਹਾਂ ਆ ਗਈਆਂ ਪਰ ਨਾ ਕਢਾਉਣ ਲਈ ਹਦਾਇਤਾਂ ਵੀ ਨਾਲ ਹੀ ਆ ਗਈਆਂ। ਪੰਜਾਬ ਦੇ ਸਾਬਕਾ ਪੰਚਾਇਤ ਰਾਜ ਮੰਤਰੀ ਤੇ ਲੰਬੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਨਾਮ ਸਿੰਘ ਅਬੁਲ ਖੁਰਾਣਾ ਨਹੀਂ ਰਹੇ। ਗੁਰਦਿਆਂ ਦੀ ਬਿਮਾਰੀ ਕਾਰਨ
ਉਹਨਾਂ ਨੇ ਚੰਡੀਗੜ੍ਹ ਰਿਹਾਇਸ਼ ਦੇ ਆਖਰੀ ਸਾਹ ਲਿਆ। 90 ਸਾਲ ਦੀ ਉਮਰ ਸੀ। 1992 ਤੋਂ 97 ਦੌਰਾਨ ਕਾਂਗਰਸ ਸਰਕਾਰ ਦੇ ਵਿੱਚੋਂ ਮੰਤਰੀ ਰਹੇ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਨਾਮ ਸਿੰਘ ਅਬੁਲ ਖੁਰਾਣਾ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।